ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕਰਨੀ ਹੈ, ਪਰਮਾਤਮਾ ਕੀ ਹੈ। ਹੁਣ ਬਹੁਤ ਸਾਰੇ ਮਨੁੱਖਾਂ ਨੇ ਇਸ ਵਿਸ਼ੇ ਤੇ ਗੱਲ ਕਰਕੇ ਇਸ ਵਿਸ਼ੇ ਨੂੰ ਬਹੁਤ ਜ਼ਿਆਦਾ ਹੀ ਕੰਪਲਿਕੇਟਡ ਬਣਾ ਦਿੱਤਾ ਹੈ ਅਤੇ ਕੁਝ ਕੁ ਮਨੁੱਖਾਂ ਨੇ ਇਹ ਪ੍ਰਚਾਰ ਕੀਤਾ ਕਿ ਪਰਮਾਤਮਾ ਕਿਸੇ ਸੱਤਵੇਂ ਅਸਮਾਨ ਦੇ ਵਿੱਚ ਰਹਿੰਦਾ ਹੈ। ਪਰਮਾਤਮਾ ਨਾ ਤੇ ਆਉਂਦਾ ਹੈ, ਨਾ ਪਰਮਾਤਮਾ ਕਿਤੇ ਜਾਂਦਾ ਹੈ। ਪਰਮਾਤਮਾ ਇੱਕ ਸ਼ਕਤੀ ਹੈ ਜੋ ਸਦਾ ਹੀ ਸਰਵ ਵਿਆਪਕ ਹੈ। ਸਾਨੂੰ ਜੋ ਵੀ ਕੁਝ ਦਿਖਾਈ ਦਿੰਦਾ ਹੈ ਜਾਂ ਨਹੀਂ ਦਿਖਾਈ ਦਿੰਦਾ ਹੈ, ਇਹ ਸਭ ਕੁਝ ਹੀ ਪਰਮਾਤਮਾ ਦੇ ਅੰਦਰ ਹੀ ਹੈ। ਮਨੁੱਖ ਦਾ ਹਿਸਾਬ ਉਸ ਮਛਲੀ ਦੇ ਵਾਂਗੂ ਹੈ। ਜਿਵੇਂ ਮਛਲੀ ਸਮੁੰਦਰ ਦੇ ਵਿੱਚ ਰਹਿੰਦੀ ਹੈ, ਜੇਕਰ ਉਹ ਮਛਲੀ ਆਖਦੀ ਹੈ ਕਿ ਮੇਰਾ ਮਿਲਣ ਸਮੁੰਦਰ ਦੇ ਨਾਲ ਕਰਾਇਆ ਜਾਵੇ ਤਾਂ ਇਹ ਇੱਕ ਹਾਸੋ ਹਸੀਨ ਵਾਲੀ ਗੱਲ ਹੈ। ਹੁਣ ਕਈ ਲੋਕ ਇਹ ਸੋਚਦੇ ਨੇ ਕਿ ਪਰਮਾਤਮਾ ਸਾਡੇ ਸਾਹਮਣੇ ਆਵੇ ਤਾਂ ਹੀ ਅਸੀਂ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰਾਂਗੇ। ਜੇਕਰ ਦੇਖਿਆ ਜਾਵੇ ਤਾਂ ਕਈ ਕੰਟਰੀਆਂ ਨਾਸਤਕ ਹਨ ਜੋ ਪਰਮਾਤਮਾ ਰੂਪੀ ਸ਼ਕਤੀ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦੀਆਂ। ਇਸ ਦੇ ਬਾਵਜੂਦ ਵੀ ਪਰਮਾਤਮਾ ਨੇ ਉਹਨਾਂ ਕੰਟਰੀਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਉੱਪਰ ਆਪਣੀ ਮਿਹਰ ਭਰੀ ਨਜ਼ਰ ਦੇ ਵਿੱਚ ਕੋਈ ਫਰਕ ਨਹੀਂ ਪਾਇਆ। ਬੇਸ਼ੱਕ ਉਹ ਪਰਮਾਤਮਾ ਦੀ ਹੋਂਦ ਨੂੰ ਨਹੀਂ ਸਵੀਕਾਰ ਕਰਦੇ ਹਨ। ਪਰਮਾਤਮਾ ਬਹੁਤ ਹੀ ਵਿਸ਼ਾਲ ਹਿਰਦੇ ਵਾਲੀ ਸ਼ਕਤੀ ਹੈ। ਜਦੋਂ ਸੂਰਜ ਉਦੇ ਹੁੰਦਾ ਹੈ, ਸੂਰਜ ਦੀ ਕਿਰਨ ਕਿਤੇ ਇਹ ਨਹੀਂ ਸੋਚਦੀ ਕਿ ਉਹ ਗਰੀਬ ਦਾ ਘਰ ਹੈ ਜਾਂ ਅਮੀਰ ਦਾ ਘਰ ਹੈ ਜਾਂ ਫਿਰ ਕੋਈ ਗੰਦੀ ਮੰਦੀ ਜਗ੍ਹਾ ਹੈ। ਹਰ ਜਗ੍ਹਾ ਤੇ ਸੂਰਜ ਦੀ ਕਿਰਨ ਪਹੁੰਚ ਰਹੀ ਹੈ। ਇਸੇ ਹੀ ਤਰ੍ਹਾਂ ਪਰਮਾਤਮਾ ਵੀ ਕਾਰਜ ਕਰਦਾ ਹੈ। ਪਰਮਾਤਮਾ ਇੱਕ ਮਨੁੱਖ ਦੇ ਵਾਂਗੂ ਵਿਵਹਾਰ ਨਹੀਂ ਕਰਦਾ। ਮਨੁੱਖ ਪਰਮਾਤਮਾ ਨੂੰ ਚੰਗੇ ਕਰਮ ਕਰਕੇ ਪ੍ਰਭਾਵਿਤ ਨਹੀਂ ਕਰ ਸਕਦਾ, ਕਿਉਂਕਿ ਆਪਾਂ ਹਰ ਇੱਕ ਛਣ ਕਈ ਅਣਗਿਣਤ ਕਿਸਮ ਦੇ ਅਵਗੁਣ ਕਰਦੇ ਹਾਂ। ਕਈ ਅਵਗੁਣ ਸਾਡੇ ਅੰਤਰਾਕਰਣ ਦੇ ਵਿੱਚ ਹੀ ਪ੍ਰਗਟ ਹੁੰਦੇ ਹਨ ਤੇ ਅੰਦਰੇ ਹੀ ਨਾਸ ਹੋ ਜਾਂਦੇ ਹਨ। ਸਾਡੇ ਅੰਤਰਾਕਰਣ ਦੇ ਵਿੱਚ ਜੋ ਵੀ ਕਿਰਿਆ ਚੱਲਦੀ ਹੈ ਉਹ ਸਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ। ਤੁਹਾਨੂੰ ਖੁਦ ਪਤਾ ਹੈ ਕਿ ਤੁਹਾਡੇ ਅੰਦਰ ਕੀ ਚੱਲ ਰਿਹਾ ਹੈ, ਮੈਨੂੰ ਖੁਦ ਪਤਾ ਹੈ ਕਿ ਮੇਰੇ ਅੰਦਰ ਕੀ ਚੱਲ ਰਿਹਾ ਹੈ। ਇਸੇ ਹੀ ਤਰ੍ਹਾਂ ਜੇਕਰ ਅਸੀਂ ਇਹ ਸੋਚਦੇ ਹਾਂ ਕਿ ਚੰਗੇ ਕੰਮ ਕਰਕੇ ਅਸੀਂ ਪਰਮਾਤਮਾ ਨੂੰ ਆਪਣੇ ਵੱਲ ਆਕਰਸ਼ਿਤ ਕਰ ਲਵਾਂਗੇ ਤਾਂ ਇਹ ਬਿਲਕੁਲ ਇੱਕ ਬੱਚਿਆਂ ਵਾਲੀ ਸੋਚ ਹੈ। ਮਨੁੱਖ ਚੰਗੇ ਕਰਮ ਕਰਕੇ ਕਦੇ ਵੀ ਪਵਿੱਤਰ ਨਹੀਂ ਹੋ ਸਕਦਾ। ਇਸ ਸੰਸਾਰ ਦੇ ਉੱਪਰ ਇੱਕੋ ਹੀ ਸ਼ਕਤੀ ਪਵਿੱਤਰ ਹੈ, ਉਹ ਹੈ ਪਰਮਾਤਮਾ। ਪਰਮਾਤਮਾ ਤੋਂ ਇਲਾਵਾ ਹੋਰ ਕੋਈ ਵੀ ਪਵਿੱਤਰ ਨਹੀਂ ਹੈ। ਆਪਾਂ ਆਪਣੇ ਵਿਸ਼ੇ ਤੇ ਫਿਰ ਵਾਪਸ ਜਾਂਦੇ ਹਾਂ। ਜੇਕਰ ਆਪਾਂ ਕਿਸੇ ਦਿਸ਼ਾ ਦੇ ਵੱਲ ਗਤੀ ਕਰਨੀ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਉਸ ਦਿਸ਼ਾ ਦੇ ਬਾਰੇ ਥੋੜ੍ਹੀ ਖੋਜ ਪੜਤਾਲ ਕਰਨੀ ਚਾਹੀਦੀ ਹੈ। ਸਾਨੂੰ ਪਰਮਾਤਮਾ ਨੂੰ ਲੱਭਣ ਵਾਸਤੇ ਕਿਧਰੇ ਜਾਣ ਦੀ ਲੋੜ ਨਹੀਂ। ਅਸੀਂ ਸਾਰੇ ਹੀ ਪਰਮਾਤਮਾ ਦੇ ਅੰਦਰ ਹੀ ਹਾਂ। ਕੇਵਲ ਇੱਕ ਚੀਜ਼ ਜੋ ਸਾਨੂੰ ਪਰਮਾਤਮਾ ਤੋਂ ਅਲੱਗ ਕਰ ਦਿੰਦੀ ਹੈ, ਉਹ ਹੈ ਸਾਡੇ ਮਨ ਅੰਦਰ ਆਪਣੇ ਆਪ ਚੱਲਣ ਵਾਲੇ ਵਿਚਾਰ। ਧਿਆਨ ਸਿਮਰਨ ਦੀ ਮਦਦ ਨਾਲ ਜਦੋਂ ਵੀ ਮਨੁੱਖ ਵਿਚਾਰ ਮੰਡਲ ਤੋਂ ਅੱਗੇ ਲੰਘ ਜਾਂਦਾ ਹੈ ਤਾਂ ਉਸ ਮਨੁੱਖ ਨੂੰ ਸਰਵ ਵਿਆਪਕ ਪਰਮਾਤਮਾ ਦੇ ਦਰਸ਼ਨ ਹਰ ਇੱਕ ਚੀਜ਼ ਦੇ ਵਿੱਚੋਂ ਹੋਣ ਲੱਗ ਜਾਂਦੇ ਹਨ। ਤਾਂ ਉਦੋਂ ਮਨੁੱਖ ਇਹ ਸੋਚ ਕੇ ਹੈਰਾਨ ਹੋ ਜਾਂਦਾ ਹੈ ਕਿ ਮੇਰੇ ਮਨਾ, ਉਹ ਪਰਮ ਸ਼ਕਤੀ ਮੇਰੇ ਇੰਨੇ ਕਰੀਬ ਸੀ ਤੇ ਮੈਂ ਉਸ ਨੂੰ ਪਛਾਣ ਨਾ ਸਕਿਆ। ਮੈਂ ਇੱਕ ਅਣਜਾਣ ਹਿਰਨ ਦੇ ਵਾਂਗੂ ਆਪਣਾ ਜੀਵਨ ਬਤੀਤ ਕੀਤਾ। ਜਿਸ ਤਰ੍ਹਾਂ ਹਿਰਨ ਦੇ ਅੰਦਰ ਹੀ ਹੈ ਕਸਤੂਰੀ, ਪਰ ਉਹ ਜੀਵਨ ਭਰ ਉਸ ਕਸਤੂਰੀ ਦੀ ਭਾਲ ਝਾੜੀਆਂ ਦੇ ਵਿੱਚੋਂ ਕਰਦਾ ਰਹਿੰਦਾ ਹੈ ਅਤੇ ਭਟਕਦਾ ਰਹਿੰਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਦੀ ਅਵਸਥਾ ਮਨੁੱਖ ਦੀ ਵੀ ਹੈ। ਮਨੁੱਖ ਪਰਮਾਤਮਾ ਦੇ ਅੰਦਰ ਹੈ, ਪਰਮਾਤਮਾ ਮਨੁੱਖ ਦੇ ਅੰਦਰ ਹੈ, ਪਰ ਮਨੁੱਖ ਜੀਵਨ ਭਰ ਹੀ ਪਰਮਾਤਮਾ ਦੀ ਭਾਲ ਬਾਹਰੋਂ ਪਦਾਰਥਾਂ ਦੇ ਵਿੱਚੋਂ ਕਰਦਾ ਰਹਿੰਦਾ ਹੈ। ਦਾਸ ਕਿਸੇ ਨੂੰ ਵੀ ਅਵਗੁਣਾਂ ਨੂੰ ਤਿਆਗ ਕਰਨ ਵਾਸਤੇ ਨਹੀਂ ਆਖਦਾ, ਕਿਉਂਕਿ ਅਵਗੁਣ ਜਿਹੜੇ ਹਨ ਉਹ ਮਲੀਨ
ਕਾਰਨ ਸਰੀਰ ਦੇ ਕਾਰਨ ਮਨੁੱਖ ਦੇ ਅੰਦਰੋਂ ਪ੍ਰਗਟ ਹੁੰਦੇ ਹਨ। ਜੇਕਰ ਅਸੀਂ ਜ਼ੋਰ ਜ਼ਬਰਦਸਤੀ ਕਰਕੇ ਕਿਸੇ ਔਗਣ ਦਾ ਤਿਆਗ ਕਰ ਵੀ ਦਿੰਦੇ ਹਾਂ ਤੇ ਕੁਝ ਸਮੇਂ ਬਾਅਦ ਉਸ ਔਗਣ ਨੇ ਦੁਬਾਰਾ ਫਿਰ ਪ੍ਰਗਟ ਹੋ ਜਾਣਾ ਹੈ। ਜਦੋਂ ਵੀ ਕੋਈ ਮਨੁੱਖ ਸਾਧਨਾ ਕਰਦਾ ਹੈ ਤਾਂ ਉਸਦਾ ਪ੍ਰਵੇਸ਼ ਸਮਾਧੀ ਵਿੱਚ ਹੋ ਜਾਂਦਾ ਹੈ। ਸਮਾਧੀ ਦੀ ਪਹਿਲੀ ਅਵਸਥਾ ਦੇ ਵਿੱਚ ਸਾਧਕ ਨੂੰ ਲੱਗਦਾ ਹੈ ਕਿ ਪ੍ਰਮਾਤਮਾ ਮੇਰੇ ਬਹੁਤ ਨਜ਼ਦੀਕ ਹੈ। ਸਮਾਧੀ ਦੀ ਦੂਜੀ ਅਵਸਥਾ ਦੇ ਵਿੱਚ ਸਾਧਕ ਪਰਮੇਸ਼ਰ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਅਤੇ ਪਰਮੇਸ਼ਵਰ ਸਾਧਕ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਸਮਾਧੀ ਦੀ ਤੀਸਰੀ ਅਤੇ ਆਖਰੀ ਅਵਸਥਾ ਦੇ ਵਿੱਚ ਸਾਧਕ ਇੱਕ ਸਰੀਰ ਨਹੀਂ ਰਹਿ ਜਾਂਦਾ, ਬਲਕਿ ਸਾਧਕ ਪਰਮਾਤਮਾ ਦੇ ਵਿੱਚ ਪ੍ਰਵੇਸ਼ ਕਰਕੇ ਉਸੇ ਦਾ ਹੀ ਰੂਪ ਹੋ ਜਾਂਦਾ ਹੈ। ਇਸ ਅਵਸਥਾ ਦੇ ਵਿੱਚ ਸਾਧਕ ਦਾ ਦੇਹੀ ਭਾਵ ਸਮਾਪਤ ਹੋ ਜਾਂਦਾ ਹੈ ਅਤੇ ਕੇਵਲ ਹੋਣਾ ਭਾਵ ਹੀ ਬਾਕੀ ਰਹਿ ਜਾਂਦਾ ਹੈ। ਇਸ ਸੰਸਾਰ ਤੇ ਬਹੁਤ ਥੋੜੇ ਜਿਹੇ ਮਨੁੱਖ ਇਸ ਤਰ੍ਹਾਂ ਦੇ ਪੈਦਾ ਹੋਏ ਹਨ ਜੋ ਇਸ ਅਵਸਥਾ ਤੱਕ ਪਹੁੰਚ ਸਕੇ। ਬਾਕੀ ਚੱਲੇ ਤੇ ਸਨ, ਪਰ ਅਧੂਰੇ ਗਿਆਨ ਦੇ ਕਰਕੇ ਰਸਤੇ ਵਿੱਚ ਹੀ ਭਟਕ ਗਏ। ਜਿੰਨਾ ਚਿਰ ਤੱਕ ਕੋਈ ਮਨੁੱਖ ਇਸ ਪਰਮ ਅਵਸਥਾ ਦੇ ਵਿੱਚ ਪ੍ਰਵੇਸ਼ ਨਹੀਂ ਕਰ ਜਾਂਦਾ, ਉਹਨਾਂ ਚਿਰ ਤੱਕ ਉਸ ਨੂੰ ਇਸ ਮਰਨ ਜੰਮਣ ਵਾਲੀ ਕਿਰਿਆ ਦੇ ਵਿੱਚੋਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਇਸ ਸਹਿਜ ਅਵਸਥਾ ਵਿੱਚ ਪਹੁੰਚਣ ਦੇ ਲਈ ਘੱਟੋ ਘੱਟ 2.5-3 ਸਾਲ ਦਾ ਸਮਾਂ ਲੱਗ ਜਾਂਦਾ ਹੈ। ਜੇਕਰ ਅਸੀਂ 2 ਟਾਈਮ ਸਾਧਨਾ ਕਰਦੇ ਹਾਂ, 45 ਮਿੰਟ ਸਵੇਰੇ ਅਤੇ 45 ਮਿੰਟ ਸ਼ਾਮੀ। ਜੋ ਵੀ ਮਨੁੱਖ ਧਿਆਨ ਸਿਮਰਨ ਕਰਦਾ ਹੈ, ਸਭ ਤੋਂ ਪਹਿਲਾਂ ਉਸਦੇ ਸਰੀਰ ਅੰਦਰੋਂ ਸੁਖਮਨਾ ਸ਼ਕਤੀ ਨੇ ਪ੍ਰਗਟ ਹੋਣਾ ਹੈ। ਜਦੋਂ ਸੁਖਮਨਾ ਸ਼ਕਤੀ ਪ੍ਰਗਟ ਹੁੰਦੀ ਹੈ ਤਾਂ ਸਾਧਕ ਕਿਸੇ ਵੀ ਸਮੇਂ ਧਿਆਨ ਸਿਮਰਨ ਬੰਦ ਕਰ ਸਕਦਾ ਹੈ। ਉਸ ਤੋਂ ਕੁਝ ਹੀ ਦਿਨਾਂ ਬਾਅਦ ਈੜਾ ਅਤੇ ਪਿੰਗਲਾ ਸ਼ਕਤੀ ਨੇ ਪ੍ਰਗਟ ਹੋ ਜਾਣਾ ਹੈ। ਜਦੋਂ ਈੜਾ ਅਤੇ ਪਿੰਗਲਾ ਸ਼ਕਤੀ ਪ੍ਰਗਟ ਹੋ ਜਾਵੇਗੀ ਤੇ ਸਾਧਕ ਦੀ ਗਤੀ ਸਾਧਨਾ ਦੇ ਵਿੱਚ ਬਹੁਤ ਹੀ ਸਪੀਡ ਨਾਲ ਹੋਣ ਲੱਗ ਜਾਂਦੀ ਹੈ। ਇਹ ਦੋਨੇ ਸ਼ਕਤੀਆਂ ਬਹੁਤ ਹੀ ਸ਼ਕਤੀਸ਼ਾਲੀ ਹਨ, ਜਿਸ ਦੇ ਕਰਕੇ ਸਰੀਰ ਦੇ ਅੰਦਰ ਝਟਕੇ ਵੀ ਲੱਗਦੇ ਹਨ ਅਤੇ ਕੰਪਨ ਵੀ ਬਹੁਤ ਜ਼ਿਆਦਾ ਪੈਦਾ ਹੁੰਦੀ ਹੈ। ਹਰ ਇੱਕ ਸਾਧਨ ਨੂੰ ਇਹਨਾਂ ਦੋਨਾਂ ਸ਼ਕਤੀਆਂ ਦੀ ਕੰਪਨ ਨੂੰ ਆਪਣੇ ਆਪ ਉੱਪਰ ਬਰਦਾਸ਼ਤ ਕਰਨਾ ਪੈਂਦਾ ਹੈ। ਆਪ ਜੀ ਨੂੰ ਜੋ ਸਾਧਨਾ ਦੱਸੀ ਜਾਵੇਗੀ ਉਸ ਦੇ ਇੱਕਦਮ ਤੁਹਾਨੂੰ ਰਿਜ਼ਲਟ ਨਹੀਂ ਪ੍ਰਾਪਤ ਹੋਣੇ, ਕਿਉਂਕਿ ਇਸ ਦਾ ਕਾਰਨ ਹੈ ਸਰੀਰ ਦੀ ਤਿਆਰੀ। ਜਿੰਨਾ ਚਿਰ ਤੱਕ ਤੁਹਾਡੇ ਸਰੀਰ ਦੀ ਤਿਆਰੀ ਨਹੀਂ ਹੋ ਜਾਂਦੀ, ਉਹਨਾਂ ਚਿਰ ਤੱਕ ਇਹਨਾਂ ਪ੍ਰਕਾਸ਼ ਰੂਪੀ ਨਦੀਆਂ ਨੇ ਪ੍ਰਗਟ ਨਹੀਂ ਹੋਣਾ। ਇਹਨਾਂ ਤਿੰਨਾਂ ਸ਼ਕਤੀਆਂ ਨੂੰ ਕੁਦਰਤ ਨੇ ਹਰ ਇੱਕ ਮਨੁੱਖ ਦੇ ਅੰਦਰ ਗੁਪਤ ਰੂਪ ਦੇ ਵਿੱਚ ਰੱਖਿਆ ਹੋਇਆ ਹੈ। ਬਿਲਕੁਲ ਉਸੇ ਹੀ ਤਰ੍ਹਾਂ ਜਿਵੇਂ ਬਦਾਮ ਦੀ ਗਿਰੀ ਇੱਕ ਸਖਤ ਸਿਲਕੇ ਦੇ ਅੰਦਰ ਕੁਦਰਤ ਨੇ ਛੁਪਾ ਕੇ ਰੱਖੀ ਹੈ। ਪਰਮਾਤਮਾ ਦਾ ਨਾਮ ਹਰ ਇੱਕ ਮਨੁੱਖ ਦੇ ਸਰੀਰ ਅੰਦਰ ਮੌਜੂਦ ਰਹਿੰਦਾ ਹੈ, ਪਰ ਇਸ ਨਾਮ ਨੇ ਉਹਨਾਂ ਚਿਰ ਤੱਕ ਪ੍ਰਗਟ ਨਹੀਂ ਹੋਣਾ ਜਿੰਨਾ ਚਿਰ ਤੱਕ ਕੋਈ ਮਨੁੱਖ ਪਰਮਾਤਮਾ ਦੇ ਕੋਲੋਂ ਇਸ ਨਾਮ ਦੀ ਮੰਗ ਨਹੀਂ ਕਰਦਾ। ਇਹ ਗੱਲ ਬਿਲਕੁਲ ਹਰ ਇੱਕ ਮਨੁੱਖ ਦੇ ਉੱਪਰ ਨਿਰਭਰ ਕਰਦੀ ਹੈ ਕਿ ਉਹ ਪਰਮਾਤਮਾ ਦਾ ਨਾਮ ਪ੍ਰਾਪਤ ਕਰਨਾ ਚਾਹੁੰਦਾ ਹੈ ਜਾਂ ਨਹੀਂ ਕਰਨਾ ਚਾਹੁੰਦਾ ਹੈ। ਪਰਮਾਤਮਾ ਦੇ ਵੱਲੋਂ ਕਦੇ ਵੀ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾਂਦੀ। ਅਨੰਤ ਜਨਮਾਂ ਤੋਂ ਉਹ ਸ਼ਕਤੀ ਮਨੁੱਖ ਦੇ ਦੁਆਰਾ ਮੰਗ ਕੀਤੀ ਜਾਣ ਦੀ ਪ੍ਰਤੀਕਸ਼ਾ ਕਰ ਰਹੀ ਹੈ। ਜਦੋਂ ਵੀ ਕਿਸੇ ਮਨੁੱਖ ਨੇ ਪਰਮਾਤਮਾ ਦੇ ਗਾੜੀ ਅਰਦਾਸ ਕੀਤੀ ਨਾਮ ਨੂੰ ਪ੍ਰਾਪਤ ਕਰਨ ਦੇ ਲਈ, ਤਾਂ ਪਰਮਾਤਮਾ ਨੇ ਉਸ ਮਨੁੱਖ ਦੀ ਝੋਲੀ ਵਿੱਚ ਆਪਣਾ ਨਾਮ ਪਾ ਦੇਣਾ ਹੈ। ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਕਿ ਕਿਸੇ ਮਨੁੱਖ ਨੇ ਕਿਸ ਤਰ੍ਹਾਂ ਦਾ ਆਪਣਾ ਜੀਵਨ ਬਤੀਤ ਕੀਤਾ ਸੀ। ਆਪ ਇਤਿਹਾਸ ਦੇ ਉੱਪਰ ਇੱਕ ਵਾਰੀ ਜਦੋਂ ਨਜ਼ਰ ਮਾਰੋਗੇ ਤਾਂ ਆਪ ਨੂੰ ਪਤਾ ਲੱਗੇਗਾ ਕਈ ਦਾਨਵ ਬਿਰਤੀ ਵਾਲੇ ਮਨੁੱਖ ਵੀ ਬ੍ਰਹਮ ਗਿਆਨੀਆਂ ਤੋਂ ਸ਼ਬਦ ਪ੍ਰਾਪਤ ਕਰਕੇ ਅਮਰ ਹੋ ਗਏ। ਪਰਮਾਤਮਾ ਦੇ ਵਿੱਚ ਪ੍ਰਵੇਸ਼ ਕਰਨ ਦੇ ਲਈ ਹਿੰਮਤ ਚਾਹੀਦੀ ਹੈ। ਜਿਸ ਤਰ੍ਹਾਂ ਇੱਕ ਪਰਵਾਨਾ ਸ਼ਮਾ ਦੇ ਆਲੇ ਦੁਆਲੇ ਘੁੰਮਦਾ ਹੈ, ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਸ਼ਮਾ ਨੇ ਉਸ ਨੂੰ ਨਸ਼ਟ ਕਰ ਦੇਣਾ ਹੈ।
ਉਹ ਪਿਆਰ ਦੇ ਵਿੱਚ ਹੀ ਆਪਣੇ ਆਪ ਦਾ ਜੀਵਨ ਦਾਅ 'ਤੇ ਲਗਾ ਦਿੰਦਾ ਹੈ। ਪਰਮਾਤਮਾ ਤੱਕ ਪਹੁੰਚਣ ਦੇ ਲਈ ਘੱਟੋ ਘੱਟ ਇੰਨੀ ਹਿੰਮਤ ਚਾਹੀਦੀ ਹੈ। ਇਹੋ ਕਾਰਨ ਹੈ ਬਹੁਤ ਥੋੜ੍ਹੇ ਜਿਹੇ ਲੋਕ ਹੀ ਪਰਮਾਤਮਾ ਰੂਪੀ ਸ਼ਕਤੀ ਦੇ ਵਿੱਚ ਪ੍ਰਵੇਸ਼ ਕਰ ਸਕੇ ਹਨ। ਸਭ ਤੋਂ ਜ਼ਿਆਦਾ ਜੋ ਮਹੱਤਵਪੂਰਨ ਹੈ ਉਹ ਹੈ ਧਿਆਨ ਸਿਮਰਨ ਕਿਸ ਤਰ੍ਹਾਂ ਕਰਨਾ ਹੈ, ਇਸ ਦੀ ਸ਼ੁਰੂਆਤ ਕਿੱਦਾਂ ਕਰਨੀ ਹੈ। ਜਦੋਂ ਅਸੀਂ ਸਹੀ ਡਾਇਰੈਕਸ਼ਨ ਵੱਲ ਗਤੀ ਕਰਦੇ ਹਾਂ ਤਾਂ ਦੇਰ ਸਵੇਰ ਇੱਕ ਨਾ ਇੱਕ ਦਿਨ ਅਸੀਂ ਜ਼ਰੂਰ ਪਹੁੰਚ ਜਾਵਾਂਗੇ। ਬਾਣੀ ਵਿੱਚ ਇਹ ਸ਼ਬਦ ਆਉਂਦਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰਮਾਤਮਾ ਸਾਡੀ ਤਪੱਸਿਆ ਵੇਖ ਕੇ ਪ੍ਰਭਾਵਿਤ ਨਹੀਂ ਹੁੰਦਾ। ਪਰਮਾਤਮਾ ਦੇਖਦਾ ਹੈ ਕਿ ਸਾਡੀ ਨੀਅਤ ਕਿੱਦਾਂ ਦੀ ਹੈ, ਅਸੀਂ ਕਿੰਨੇ ਕੁ ਪਿਆਰ ਦੇ ਨਾਲ ਪਰਮਾਤਮਾ ਦੇ ਨਾਮ ਦਾ ਜਾਪ ਕਰ ਰਹੇ ਹਾਂ। ਅਨੰਤ ਜਨਮਾਂ ਤੋਂ ਉਹ ਸ਼ਕਤੀ ਸਾਡਾ ਇੰਤਜ਼ਾਰ ਕਰ ਰਹੀ ਹੈ। ਅਸੀਂ ਜਦੋਂ ਵੀ ਇਸ ਧਿਆਨ ਸਿਮਰਨ ਵਾਲੀ ਸਾਧਨਾ ਨੂੰ ਸ਼ੁਰੂ ਕੀਤਾ ਤਾਂ ਉਸ ਸ਼ਕਤੀ ਨੇ ਸਾਨੂੰ ਆਪਣੇ ਆਪ ਹੀ ਆਪਣੇ ਕੁੱਛੜ ਚੁੱਕ ਲੈਣਾ ਹੈ। ਸ਼ੁਰੂ ਤੋਂ ਹੀ ਮਨੁੱਖ ਨੇ ਪਰਮਾਤਮਾ ਨੂੰ ਆਪਣੇ ਤੋਂ ਦੂਰ ਹੀ ਸਥਾਪਿਤ ਕਰਕੇ ਰੱਖਿਆ ਹੈ। ਖਾਸ ਕਰਕੇ ਇਹ ਲੋਕਾਂ ਨੇ ਸਾਕਾਰ ਰੂਪ ਜਿਹੜਾ ਬਣਾਇਆ ਹੈ ਪਰਮਾਤਮਾ ਦਾ, ਉਹਦਾ ਕਾਰਨ ਹੀ ਇਹੋ ਹੀ ਹੈ ਕਿ ਪਰਮਾਤਮਾ ਇੱਕ ਹੋਰ ਹੈ ਅਤੇ ਅਸੀਂ ਇੱਕ ਹੋਰ ਹਾਂ। ਦੇਖੋ, ਸਮੁੰਦਰ ਦਾ ਪਾਣੀ ਭਾਵੇਂ ਨਦੀ 'ਚ ਹੈ, ਤਲਾਬ 'ਚ ਹੈ, ਭਾਵੇਂ ਨਲਕੇ 'ਚ ਹੈ, ਭਾਵੇਂ ਖੂਹ 'ਚ ਹੈ, ਆਖਰ ਦੇ ਵਿੱਚ ਜਦੋਂ ਤੁਸੀਂ ਇਹਨੂੰ ਖੋਜ ਕਰਦੇ ਕਰਦੇ ਜਾਓਗੇ ਤਾਂ ਤੁਸੀਂ ਇਹ ਪਾਓਗੇ ਕਿ ਉਹ ਸਾਰਾ ਪਾਣੀ ਸਮੁੰਦਰ ਤੋਂ ਹੀ ਆਇਆ ਹੈ। ਮਨੁੱਖਾ ਜਨਮ ਸਾਨੂੰ ਇਸ ਲਈ ਮਿਲਦਾ ਹੈ ਤਾਂ ਜੋ ਅਸੀਂ ਆਪਣੇ ਆਪ ਦੀ ਖੋਜ ਕਰ ਸਕੀਏ, ਆਪਣੇ ਆਪ ਨੂੰ ਲੱਭ ਸਕੀਏ ਅਤੇ ਇਸ ਪਰਮ ਜੀਵਨ ਨੂੰ ਪ੍ਰਾਪਤ ਕਰਕੇ ਜੀਂਦੇ ਜੀ ਹੀ ਉਸ ਕਿਰਿਆ ਤੋਂ ਮੁਕਤ ਹੋ ਸਕੀਏ। ਬਾਣੀ ਵਿੱਚ ਲਿਖਿਆ ਹੈ ਕਿ ਸੈਲ ਪੱਥਰ ਮੈਂ ਜੰਤ ਪਾਇਆ ਤਾਂ ਕਾ ਰਿਜਕ ਆਗੇ ਕਰ ਧਰਿਆ, ਕਿ ਜਿਹੜਾ ਪੱਥਰ ਦੇ ਵਿੱਚ ਜੀਵ ਰਹਿੰਦਾ ਹੈ ਉਹਦਾ ਵੀ ਰਿਜਕ ਪਰਮਾਤਮਾ ਨੇ ਬਣਾ ਕੇ ਰੱਖਿਆ ਹੈ ਉਹਦੇ ਲਈ, ਜਿੰਨੀ ਉਹਦੀ ਉਮਰ ਹੈ। ਪਰ ਮਨੁੱਖ ਅਗਿਆਨ ਦੇ ਵੱਸ ਪੈ ਕੇ, ਮਾਇਆ ਦੇ ਵੱਸ ਪੈ ਕੇ ਇਹ ਆਪਣੇ ਬੱਚਿਆਂ ਦਾ, ਉਹਨਾਂ ਦੇ ਬੱਚਿਆਂ ਦਾ ਬਹੁਤ ਵੱਡਾ ਇੱਕ ਆਪਣੇ ਆਪ 'ਤੇ ਇੱਕ ਰਿਸਪੌਂਸਿਬਿਲਿਟੀ ਚੁੱਕ ਲੈਂਦਾ ਹੈ, ਅਤੇ ਜਿਹਦੇ ਕਰਕੇ ਕੋਈ ਇਸ ਤਰ੍ਹਾਂ ਦੇ ਵੀ ਕਰਮ ਕਰਦਾ ਹੈ ਜਿਨ੍ਹਾਂ ਕਰਮਾਂ ਦੇ ਸੰਸਕਾਰਾਂ ਨੂੰ ਇਹਨੂੰ ਖੁਦ ਹੀ ਭੋਗਣਾ ਪਵੇਗਾ। ਮਾਂ ਦੇ ਪੇਟ ਦੇ ਵਿੱਚ ਜਦੋਂ ਬੱਚਾ ਜਨਮ ਲੈਂਦਾ ਹੈ ਔਰ ਜਦੋਂ ਵੀ ਉਹ ਬੱਚਾ ਪੇਟ 'ਚੋਂ ਬਾਹਰ ਆਉਂਦਾ ਹੈ ਤੇ ਪਰਮਾਤਮਾ ਨੇ ਉਹਦਾ ਰਿਜ਼ਕ ਦਾ ਪਹਿਲਾਂ ਹੀ ਅਰੇਂਜਮੈਂਟ ਕਰਕੇ ਰੱਖਿਆ ਹੈ ਕਿ ਉਸ ਨੂੰ ਕਿਸ ਕਿਸਮ ਦੀ ਖੁਰਾਕ ਚਾਹੀਦੀ ਹੈ। ਆਪ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹ ਬੱਚੇ ਨੇ ਕਿਹੜਾ ਖਾਣਾ ਖਾਣਾ ਹੈ, ਉਹਦੀ ਸਮਰੱਥਾ ਕੀ ਹੈ, ਉਹ ਖਾਣਾ ਪਰਮਾਤਮਾ ਨੇ ਪਹਿਲਾਂ ਹੀ ਉਹਦੇ ਲਈ ਬਣਾ ਕੇ ਰੱਖਿਆ ਹੈ। ਅਤੇ ਆਪ ਜੀ ਦੇਖੋ ਕਿ ਆਪ ਜੀ ਦੇ ਬੱਚਿਆਂ ਨੂੰ ਪਰਮਾਤਮਾ ਇੱਦਾਂ ਹੀ ਰਹਿਣ ਦੇਵੇਗਾ, ਉਹਨਾਂ ਦੀ ਟੈਨਸ਼ਨ ਨਹੀਂ ਲਵੇਗਾ। ਇਸ ਪ੍ਰਕਿਰਤੀ ਦੇ ਉੱਪਰ ਦੇਖੋ ਕਿੰਨੇ ਕਿਸਮ ਦੇ ਜੀਵ ਨੇ, ਕਿੱਡੇ ਕਿੱਡੇ ਵੱਡੇ ਜੀਵ ਨੇ। ਕਈ ਜੀਵ ਜਿਹੜੇ ਸਮੁੰਦਰ ਦੇ ਬਹੁਤ ਗਹਿਰੇ ਤਲਾਂ ਦੇ ਵਿੱਚ ਰਹਿੰਦੇ ਨੇ, ਪਰਮਾਤਮਾ ਉਹਨਾਂ ਦਾ ਰਿਜ਼ਕ ਉੱਥੇ ਪਹੁੰਚਾ ਰਿਹਾ ਹੈ। ਦੇਖੋ, ਬਾਣੀ ਵਿੱਚ ਲਿਖਿਆ ਹੈ ਨਾ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਵੇ ਦੀਵਾਨ। ਇੱਕ ਜਿਹੜਾ ਸੰਸਾਰੀ ਆ ਉਹਦੇ 'ਚੋਂ ਉਤਪਤੀ ਹੋ ਰਹੀ ਹੈ, ਇੱਕ ਭੰਡਾਰੀ ਆ, ਉਹਦੀ ਜ਼ਿੰਮੇਵਾਰੀ ਆ। ਉਹ ਸ਼ਕਤੀ ਜਿਹੜੀ ਆ ਉਸ ਕੋਲ ਇੰਨੇ ਭੰਡਾਰ ਆ, ਅਨੰਤ ਕਿਸਮ ਦੇ ਭੰਡਾਰ ਆ, ਔਰ ਉਸ ਜੀਵ ਜਿਹੜਾ ਜੀਵ ਪੈਦਾ ਹੋਇਆ ਵਾ ਉਹਦੇ ਲਈ ਕੀ ਕਰ ਰਹੀ ਆ, ਉਹ ਸ਼ਕਤੀ ਖਾਣੇ ਦਾ ਅਰੇਂਜਮੈਂਟ ਕਰ ਰਹੀ ਹੈ। ਅਤੇ ਇੱਕ ਲਾਵੇ ਦੀਵਾਨ, ਇੱਕ ਫਿਰ ਉਸੇ ਹੀ ਸ਼ਕਤੀ ਦਾ ਇੱਕ ਰੂਪ ਹੈ ਜਿਹੜਾ ਸ਼ਕਤੀ ਸੰਹਾਰ ਕਰਦਾ ਹੈ ਤਾਂ ਜੋ ਇਸ ਸਿਸਟਮ ਨੂੰ ਕੰਟੀਨਿਊ ਕੀਤਾ ਜਾਵੇ। ਕੋਈ ਵੀ ਸਮਾਂ ਆਉਂਦਾ ਹੈ ਜਦੋਂ ਹੁਣ ਕਿਸੇ ਦੀ ਉਮਰ ਹੈ 50 ਸਾਲ 100 ਸਾਲ, ਕਿ ਜੀਵ ਦੀ ਘੱਟ ਆ, ਹਰ ਦੀ ਜੀਵ ਦੀ ਜਿਹੜੀ ਉਮਰ ਹੈ ਜਦੋਂ ਉਹ ਪੂਰੀ ਹੋ ਜਾਂਦੀ ਹੈ ਅਤੇ ਫਿਰ ਕੀ ਹੈ, ਉਹ ਲਾਸਟ ਵਾਲਾ ਜਿਹੜਾ ਹੈਗਾ ਦੀਵਾਨ ਲਾਉਂਦਾ ਹੈ ਅਤੇ ਉਸ ਦੇ ਸਰੀਰ ਦਾ ਸੰਹਾਰ ਕਰ ਦਿੰਦਾ। ਸਾਧ ਸੰਗਤ ਜੀ, ਇੱਕ ਚੀਜ਼ ਨੂੰ ਦੇਖੋ, ਧਰਤੀ, ਸੂਰਜ, ਤਾਰੇ ਕਿੱਦਾਂ ਪਰਮਾਤਮਾ ਨੇ ਹਵਾ ਦੇ ਵਿੱਚ ਖਿਲਾਰੇ ਨੇ, ਆਪਣੇ ਆਪ 'ਚ ਖਲੋਤੇ ਨੇ। ਹੁਣ ਮੇਰੇ ਵਰਗੇ ਨੂੰ ਤੁਸੀਂ 2-4 ਕਿਲੋ ਵਜਨ ਦਿਓਗੇ ਅਤੇ ਚੁੱਕਣਾ ਔਖਾ ਹੋ ਜਾਊਗਾ, 1 ਘੰਟੇ ਬਾਅਦ ਬਾਹਾਂ ਥੱਕ ਜਾਂਦੀਆਂ। 109 ਗੁਣਾ ਜਿਹੜਾ ਸੂਰਜ ਧਰਤੀ ਤੋਂ ਵੱਡਾ ਹੈ, ਔਰ ਉਸ ਤੋਂ ਬਾਅਦ ਦੂਜੇ ਤਾਰੇ ਪਤਾ ਹੀ ਨਹੀਂ ਕਿੰਨੇ ਕਿੰਨੇ ਵੱਡੇ ਨੇ, ਇੰਨੇ ਇੰਨੇ ਵਿਸ਼ਾਲ ਨੇ, ਅਤੇ ਉਹਨਾਂ ਸਾਰਿਆਂ ਨੂੰ ਹੀ ਪਰਮਾਤਮਾ ਨੇ ਹਵਾ ਦੇ ਵਿੱਚ ਹੀ ਖਿਲਾਰਿਆ ਹੈ। ਆਪ ਉਸ ਸ਼ਕਤੀ ਦੀ ਕੈਪੈਸਿਟੀ ਨੂੰ ਦੇਖੋ ਕਿ ਉਹ ਕਿੰਨੀ ਪਾਵਰਫੁਲ ਸ਼ਕਤੀ ਹੈ।
ਹੁਣ ਸਾਇੰਸ ਵੀ ਇਸ ਚੀਜ਼ ਨੂੰ ਮੰਨਦੀ ਹੈ ਕਿ ਪਤਾ ਹੀ ਨਹੀਂ ਐਸੀਆਂ ਧਰਤੀਆਂ ਕਿੰਨੀਆਂ ਹੋਰ ਨੇ, ਤੇ ਬਾਣੀ ਵਿੱਚ ਪਹਿਲਾਂ ਵੀ ਗੁਰੂਆਂ ਨੇ ਉਚਾਰਨ ਕੀਤਾ ਹੈ ਕਿ ਪਤਾ ਹੀ ਨਹੀਂ ਕਿੰਨੇ ਕੁ ਪਤਾਲ ਨੇ, ਕਿੰਨੇ ਆਕਾਸ਼ ਨੇ, ਕਿ ਉਹ ਪਰਮਾਤਮਾ ਇੰਨਾ ਵਿਸ਼ਾਲ ਆ, ਉਹਦੀ ਲਿਮਟ ਹੀ ਨਹੀਂ ਹੈ, ਲਿਮਟਲੈਸ ਆ। ਨਾ ਤੇ ਉਹ ਸ਼ਕਤੀ ਸ਼ੁਰੂ ਹੁੰਦੀ ਹੈ ਤੇ ਨਾ ਹੀ ਉਹ ਸ਼ਕਤੀ ਕਿਤੇ ਖਤਮ ਹੁੰਦੀ ਹੈ। ਜਿਸ ਸ਼ਕਤੀ ਨੇ ਐਡਾ ਵੱਡਾ ਬ੍ਰਹਿਮੰਡ ਰਚਿਆ ਹੈ, ਕਿ ਉਸ ਸ਼ਕਤੀ ਨੂੰ ਸਾਡੇ ਬੱਚਿਆਂ ਦਾ ਫਿਕਰ ਨਹੀਂ ਹੋਵੇਗਾ? ਜਿਸ ਨੇ ਇੱਕ ਖੂਬਸੂਰਤ ਸਾਡਾ ਸਰੀਰ ਬਣਾਇਆ ਹੈ, ਅੱਖਾਂ ਬਣਾਈਆਂ ਨੇ, ਵਾਲ ਬਣਾਏ ਨੇ, ਹੱਥ ਪੈਰ, ਉਂਗਲਾਂ, ਫਿਰ ਨਹੁੰ, ਬੁੱਲ, ਦੰਦ, ਕੰਨ, ਜਨਨ ਇੰਦਰੀ, ਹੋਰ ਸਰੀਰ ਦੇ ਅੰਦਰ ਜੋ ਵੀ ਖਾਣਾ ਉਹਨੂੰ ਬਾਹਰ ਕੱਢਣ ਦੇ ਲਈ ਇੱਕ ਹੋਰ ਨਿੰਦਰੀ ਬਣਾਈ ਹੈ। ਮਨੁੱਖ ਜੋ ਹੈ ਉਹ ਪਰਮਾਤਮਾ ਦੀ ਬਹੁਤ ਹੀ ਖੂਬਸੂਰਤ ਇੱਕ ਮੂਰਤੀ ਹੈ, ਜਿਸ ਨੂੰ ਪਰਮਾਤਮਾ ਨੇ ਆਪ ਘੜਿਆ ਹੈ, ਆਪ ਬਣਾਇਆ ਹੈ। ਇਸ ਦਾ ਡਿਜ਼ਾਈਨ ਪਰਮਾਤਮਾ ਨੇ ਆਪ ਕੀਤਾ ਹੈ। ਹੁਣ ਦੇਖੋ, ਅਣਗਿਣਤ ਕਿਸਮ ਦੀ ਬਨਸਪਤੀ ਬਣਾ ਕੇ ਉਹ ਸਾਡੀ ਸੇਵਾ 'ਚ ਲਾਈ ਹੈ। ਕਿੱਦਾਂ ਵੇਖੋ, ਹਵਾ ਦੇ ਵਿੱਚੋਂ ਉਹ ਜ਼ਹਿਰੀਲੀਆਂ ਗੈਸਾਂ ਨੂੰ ਖਿੱਚ ਕੇ ਤੇ ਸ਼ੁੱਧ ਹਵਾ ਸਾਨੂੰ ਦੇ ਰਹੀ ਹੈ। ਕਿੰਨੀਆਂ ਖੂਬਸੂਰਤ ਸਬਜ਼ੀਆਂ ਉਹਨੇ ਬਣਾਈਆਂ ਨੇ, ਉਹਨਾਂ ਦੇ ਰੰਗ ਵੇਖੋ, ਫਰੂਟਾਂ ਦੇ ਰੰਗ ਵੇਖੋ, ਕਿੰਨੀ ਕਿਸਮ ਦੀਆਂ ਦਾਲਾਂ ਨੇ, ਕਿੰਨੀ ਕਿਸਮ ਦੇ ਸਾਡੇ ਜੀਵਨ ਦੇ ਵਿੱਚ ਡਰਾਈ ਫਰੂਟ ਬਣਾ ਕੇ ਰੱਖੇ ਨੇ ਪਰਮਾਤਮਾ ਨੇ, ਕਿਉਂਕਿ ਇਨਸਾਨ ਨੂੰ ਹਰ ਇੱਕ ਚੀਜ਼, ਹਰ ਇੱਕ ਫੈਸਿਲਿਟੀ ਦਿੱਤੀ ਹੈ ਕੁਦਰਤ ਨੇ ਕਿ ਬੋਰ ਨਾ ਹੋ ਜੇ। ਕਿੰਨੇ ਕਿਸਮ ਦੇ ਪਰਮਾਤਮਾ ਨੇ ਜਾਨਵਰ ਬਣਾਏ ਨੇ, ਕਿੰਨੇ ਕਿਸਮ ਦੇ ਪਰਮਾਤਮਾ ਨੇ ਹਵਾ 'ਚ ਉੱਡਣ ਵਾਲੇ ਪੰਛੀ ਬਣਾਏ ਨੇ। ਇੰਨਾ ਕੁਝ ਦੇਖਣ ਦੇ ਬਾਵਜੂਦ ਵੀ ਮਨੁੱਖ ਨੂੰ ਵਿਸ਼ਵਾਸ ਹੀ ਨਹੀਂ ਆਉਂਦਾ। ਇਹ ਬਿਨਾਂ ਮਤਲਬ ਤੋਂ ਹੀ ਆਪਣੇ ਉੱਪਰ ਇੱਕ ਬੋਝ ਚੁੱਕ ਕੇ ਆਪਣਾ ਸਾਰਾ ਜੀਵਨ ਬਤੀਤ ਕਰਦਾ ਹੈ। ਜਿੱਦਾਂ ਦੇਖਿਆ ਜਾਵੇ, ਇੱਕ ਬੰਦਾ ਟ੍ਰੇਨ 'ਚ ਬੈਠਾ ਹੈ ਔਰ ਉਸਨੇ ਆਪਣੇ ਵਜਨ ਦੀ ਪੰਡ ਆਪਣੇ ਸਿਰ 'ਤੇ ਚੁੱਕੀ ਆ। ਉਹ ਇਹ ਸੋਚ ਰਿਹਾ ਹੈ ਕਿ ਮੈਂ ਇਹ ਜਿਹੜਾ ਵਜਨ ਹੈ ਟ੍ਰੇਨ 'ਤੇ ਨਹੀਂ ਪਾਉਣਾ। ਬਿਲਕੁਲ ਸਾਡੀ ਅਵਸਥਾ ਵੀ ਉਸ ਮਨੁੱਖ ਵਰਗੀ ਹੀ ਹੈ। ਹੁਣ ਜਿਹੜੀ ਸ਼ਕਤੀ ਇੱਕ ਪੱਥਰ ਦੇ ਵਿੱਚ ਜੀਵ ਨੂੰ ਰਾਸ਼ਨ ਪਹੁੰਚਾ ਰਹੀ ਹੈ, ਔਰ ਸਾਡੇ ਬੱਚਿਆਂ ਨੂੰ ਉਹ ਰਿਜ਼ਕ ਨਹੀਂ ਪਹੁੰਚਾਵੇਗੀ। ਸਾਡੇ ਬੱਚਿਆਂ ਕੋਲ ਹੱਥ ਪੈਰ ਨੇ, ਅਕਲ ਹੈ, ਐਡਾ ਖੂਬਸੂਰਤ ਸਰੀਰ ਹੈ, ਕਿ ਇਹ ਆਪਣੇ ਜੀਵਨ ਨੂੰ ਅੱਗੇ ਲੈ ਕੇ ਨਹੀਂ ਜਾਣਗੇ? ਇਹ ਸਾਡਾ ਵਿਸ਼ਵਾਸ ਜਿਹੜਾ ਪਰਮਾਤਮਾ ਦੇ ਪ੍ਰਤੀ ਬਹੁਤ ਘੱਟ ਹੈ। ਇਸੇ ਕਰਕੇ ਇਨਸਾਨ ਉਲਟੇ ਪੁਲਟੇ ਕਰਮ ਕਰਦਾ ਹੈ ਔਰ ਮੋਹ ਦੇ ਵਿੱਚ ਪੈ ਕੇ ਸੰਸਕਾਰਾਂ ਨੂੰ ਇਕੱਠੇ ਕਰੀ ਜਾਂਦਾ ਹੈ। ਮਨੁੱਖ ਬੇਸ਼ੱਕ ਕੋਈ ਕਰਮ ਕਰਦਾ ਹੈ, ਉਲਟਾ ਪੁਲਟਾ ਕਰਮ ਕਰਦਾ ਹੈ, ਪਰ ਉਹਦਾ ਲੇਖਾ ਜਿਹੜਾ ਵਾ ਉਹ ਸਾਨੂੰ ਹੀ ਦੇਣਾ ਪਵੇਗਾ, ਕਿਉਂਕਿ ਜਿਹੜਾ ਕਰਮ ਅਸੀਂ ਕਰਾਂਗੇ ਉਹਦਾ ਜਿਹੜਾ ਫਲ ਹੈ ਉਹ ਸਾਨੂੰ ਹੀ ਮਿਲਣਾ ਹੈ। ਜੈਸਾ ਕਰਮ ਕਰੇ ਇਨਸਾਨ, ਤੈਸਾ ਫਲ ਦੇਵੇ ਭਗਵਾਨ। ਹਰ ਇੱਕ ਮਨੁੱਖ ਨੂੰ ਆਪਣੇ ਦੁਆਰਾ ਕੀਤੇ ਕਰਮਾਂ ਦਾ ਲੇਖਾ ਖੁਦ ਹੀ ਭੋਗਣਾ ਪਵੇਗਾ। ਇਹੋ ਹੀ ਇੱਕ ਅਟੱਲ ਸੱਚ ਹੈ, ਜਿਸ ਨੂੰ ਜਿੰਨਾ ਛੇਤੀ ਸਮਝਿਆ ਜਾਵੇ ਓਨੀ ਛੇਤੀ ਅਸੀਂ ਅਧਿਆਤਮਿਕ ਜੀਵਨ ਵੱਲ ਆਪਣੀ ਗਤੀ ਸ਼ੁਰੂ ਕਰ ਸਕਦੇ ਹਾਂ। ਉਹਨਾਂ ਕਰਮਾਂ 'ਚੋਂ ਕਾਫੀ ਕੁਝ ਸਾਨੂੰ ਜਿਉਂਦੇ ਜੀ ਭੋਗਣਾ ਹੈ, ਔਰ ਬਾਕੀ ਜੇ ਕੁਝ ਵੀ ਬਚ ਜਾਵੇਗਾ ਉਹਨਾਂ ਨੂੰ ਭੋਗੀ ਜੂਨਾਂ ਦੇ ਵਿੱਚ ਜਾ ਕੇ ਸਾਨੂੰ ਭੋਗਣਾ ਪੈਣਾ ਹੈ। ਕੁਦਰਤ ਜ਼ਬਰਦਸਤੀ ਸਾਡੇ ਜੀਵਨ ਵਿੱਚ ਨਾ ਤੇ ਸੁੱਖ ਭੇਜਦੀ ਹੈ, ਨਾ ਦੁੱਖ ਭੇਜਦੀ ਹੈ। ਚੁਆਇਸ ਸਾਡੀ ਹੈ, ਅਸੀਂ ਕਿਹੜੀ ਚੁਆਇਸ ਕੀਤੀ। ਆਪ ਇੱਕ ਚੰਗਾ ਕੰਮ ਕਰਨ ਜਾਓਗੇ ਤੇ ਅੰਦਰੋਂ ਆਵਾਜ਼ ਆਵੇਗੀ ਇਹ ਕੰਮ ਨਾ ਕਰ, ਅੰਦਰੋਂ ਹੀ ਆਵਾਜ਼ ਆਵੇਗੀ ਇਹ ਕੰਮ ਕਰ। ਆਪ ਇੱਕ ਬੁਰਾ ਕਰਮ ਕਰਨ ਜਾਂਦੇ ਹੋ, ਅੰਦਰੋਂ ਹੀ ਆਵਾਜ਼ ਆਏਗੀ ਇਹ ਕੰਮ ਕਰ, ਅੰਦਰੋਂ ਹੀ ਆਵਾਜ਼ ਆਵੇਗੀ ਇਹ ਕੰਮ ਨਾ ਕਰ। ਹੁਣ ਆਪਾਂ ਕਿਹੜੀ ਆਵਾਜ਼ ਨੂੰ ਸੁਣਦੇ ਹਾਂ ਉਹ ਸਾਡੇ 'ਤੇ ਨਿਰਭਰ ਹੁੰਦਾ ਹੈ। ਜਿੰਨਾ ਪਰਮਾਤਮਾ ਸਾਡੇ ਕਰੀਬ ਹੈ ਨਾ, ਅਸੀਂ ਖੁਦ ਵੀ ਆਪਣੇ ਉਨੇ ਕਰੀਬ ਨਹੀਂ ਹਾਂ। ਆਪ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਸ ਨੂੰ ਸਾਡੀ ਹਰ ਇੱਕ ਜ਼ਰੂਰਤ ਦੀ ਜਾਣਕਾਰੀ ਹੈ। ਜਦੋਂ ਵੀ ਕੋਈ ਮਨੁੱਖ ਆਪਣੇ ਅੰਤਰਾਕਰਨ ਦੇ ਵੱਲ ਗਤੀ ਕਰਦਾ ਹੈ, ਉਸਨੇ ਇੱਕ ਨਾ ਇੱਕ ਦਿਨ ਆਪਣੇ ਅੰਤਰਾਕਰਨ ਦੇ ਉਸ ਬਿੰਦੂ ਤੇ ਪਹੁੰਚ ਜਾਣਾ ਹੈ, ਜਿੱਥੇ ਪਹੁੰਚ ਕੇ ਅਗਿਆਨਤਾ ਰੂਪੀ ਹਨੇਰਾ ਪੂਰਨ ਤੌਰ ਤੇ ਨਸ਼ਟ ਹੋ ਜਾਂਦਾ ਹੈ। ਸਾਡੇ ਸਰੀਰ ਦੇ ਅੰਦਰ ਨਾਮ ਹੈ, ਉਸ ਨਾਮ ਨੂੰ ਪ੍ਰਗਟ ਹੀ ਕਰਨਾ ਹੈ, ਬਾਕੀ ਕਿਰਿਆ ਆਪਣੇ ਆਪ ਹੀ ਪੂਰੀ ਹੋ ਜਾਣੀ ਹੈ। ਸਾਡੇ ਸਰੀਰ ਦੇ ਅੰਦਰ 3 ਨਾੜੀਆਂ ਹਨ, ਈੜਾ, ਪਿੰਗਲਾ ਤੇ ਸੁਖਵਣਾ।
आपने विधि अनुसार दसे गए तरीके अनुसार जदों ध्यान सिमरन करना शुरू किया तो कुछ ही दिनों के विच इन्हां शक्तियां ने प्रगट हो जाना है। और इन्हां शक्तियां दे प्रगट होने तो बाद असीं परमात्मा रूपी शक्ति दे नाल जो साडा भरम सी, साडा अज्ञान सी, वो खत्म होने तो बाद असीं उहदे विच समा के उहदा ही रूप हो जावांगे। बाकी इन्हां नाड़ियां दे बारे अगे चल के आप जी नाल खुल के विचार की जाएगी। आप आत्म ज्ञान किताब दे विच भी पढ़ सकते हो, ईड़ा पिंगला ते सुखमना, तां जो आप जी कोल काफ़ी इनफॉर्मेशन होवे साधना नूं शुरू करन तो पहलां। शुरू दे विच आप नूं 2 बिंदु बनाउणे पैणगे। एक तुसीं अपने आप नूं वेखोगे, एक अगले बन्ने जिथे तुसीं ध्यान एकागर कीता। कुछ समय बाद इन्हां दोनों बिंदुआं ने एक बिंदु दे विच समा जाना है। उस बिंदु नूं भी हौली हौली करके इस प्रकृति दे विच समा जाना है। फिर तुसीं देख लेना अपने आप नूं भी ते उस शक्ति नूं भी देख लेना जिहदे अंदर आप जी अपना जीवन बतीत करदे हो। तुहानूं पता लगेगा कि तुसीं ते एक छोटा जिहा सधारण जीवन बतीत कर रहे सी, मेरे अंदर तां एक विशाल सागर है, आत्मा रूपी परमात्मा ही मेरे अंदर है। जदों आप जी उस बिंदु दे विच जाके अपने आप नूं देख लिया तो आप जी की अवस्था इस तरह की होगी जिद्दां एक गूंगा गुड़ खा के उसके स्वाद नूं बयान नहीं कर सकता, उस ही तरह आप भी उस अवस्था नूं बयान नहीं कर सकते। उसका आनंद जरूर मान सकते हो, उसदे विच अपना जीवन बतीत कर सकते हो। रूप ना रंग ना रेख कुछ त्रैगुण से प्रभ भिन्न, आप जी उस शक्ति के दर्शन कर लेंदे हो जिसका ना कोई रूप है, ना रंग है, ना ही कोई रेख है। हुण देखो परमात्मा एक ऐसा क्रिएटिविटी नूं पूरा करदा है। एक छोटी जी कीड़ी है, वेखो उहदे अंदर हर चीज़ पाई है, जिस भी चीज़ की उन्हें जरूरत है उहदा अंदर इन्नी सेंस है, कित्थे जाना है, की काम करना है, कित्थों राशन प्राप्त होएगा। एक एक चीज़ का जिन्ना उहदा जीवन है उसनूं उसदे बारे ज्ञान है। आप जी देखो कि परमात्मा ने एक छोटी जी चीज़ दे विच की कुछ नहीं पा छड्डिया। और इसे ही तरह के अणगिनत जूनियां हन, बहुत छोटियां हन जिहड़ियां दिखाई नहीं देंदियां, ते परमात्मा ने उहदे लई भी रिजक दी प्रिपरेशन करके रखी है। हुण वेख लो पुराने बजुर्ग जिहड़े हुंदे सी वो कीड़ियां नूं वेख के ही दस दिंदे सी कि मींह आउण वाला, क्योंकि कीड़ी नूं ज़्यादा सेंस है, क्योंकि धरती दे विच रहिंदी है और धरती दे विच ही उहदा घर है। उन्होंने ज़्यादा ज्ञान है कि कदों बरसात होनी है। जदों भी बरसात होगी वो की करेगी, उस तो पहला ही अपनी खुड चों मिट्टी कढ़ के ते अपनी खुड के लागे एक बाउंड्री वाल बना लेगी। देखो वो छोटे जे जीव नूं कितनी वड्डी सेंस है। मनुख की सब तो वड्डी दवच्ची है, मनुख नूं परमात्मा ते विश्वास नहीं आउंदा। ये बिना मतलब दे ट्रेन दे विच बह के सिर ते पंड चुक के बैठा होया है। जिवें जिवें मन इकागर होया सुरती ने अंतर्मुखी हुंदी जाना है। एक समा आवेगा जदों मन पूरी तरह विचारां तो मुक्त हो जाएगा। आप जी का प्रवेश सहज समाधि विच हो जाना है। पहला समाधि वाली अवस्था 5 मिनट बनेगी, 10 मिनट, 20 मिनट, 30 मिनट, 40 मिनट, इसे तरह ही समा वधदा जाएगा। जिवें जिवें आप जी की सुरती शांत हुंदी गई तो मन ने भी विचारां का त्याग करना शुरू कर देना है। आत्मा की शक्ति है सुरती, सुरती की शक्ति है मन, ते मन कोल हन ज्ञान इंद्रियां, कर्म इंद्रियां, ते सुरती दे उपर एक चक्कर बनया है, उसनूं कहंदे हन कारण शरीर। जिसे तक किस्म दे आपां कर्म करदे हां उसे ही किस्म दा कारण शरीर दा रूप जिहड़ा है वो बनदा अते घटदा है। हर एक इंसान परम जीवन नूं प्राप्त कर सकता है ते अपने आप नूं इस किरिया तो मुक्त कर सकता है। पर मंजिल ते केवल उही मनुख पहुँचता है जो चलता है, जो चलिया नहीं उसने किते भी नहीं पहुँचना। जिस तरह घड़ी दीयां 3 सूइयां हन, पहली सूई बहुत फास्ट चलती है, सैकंडां वाली है, उसनूं 60 सैकंड लगते हैं 12 वाली पोजीशन ते पहुँचण दे लई। उस तो बाद मिनटां वाली सूई है, उसनूं 60 मिनट लगते हैं 12 वाली पोजीशन ते पहुँचण दे लई। उस तो अगे घंटियां वाली सूई है, उसनूं 12 घंटे लगते हैं 12 वाली पोजीशन ते पहुँचण दे लई। इसे ही तरह का मनुख दे दोबारा जन्म का सिस्टम चलता है।
ਕਈ ਵਾਰੀ ਮਨੁੱਖਾ ਜਨਮ ਛੇਤੀ ਮਿਲ ਜਾਂਦਾ ਹੈ, ਕਈ ਵਾਰੀ ਥੋੜ੍ਹਾ ਟਾਈਮ ਲੱਗ ਜਾਂਦਾ ਹੈ, ਕਈ ਵਾਰੀ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਹੈ। ਇਹ ਡਿਪੈਂਡ ਆ ਕਿ ਆਪਣੇ ਕਰਮਾਂ ਦੇ ਸੰਸਕਾਰ ਕਿੰਨੇ ਕੁ ਹਨ, ਕਿਉਂਕਿ ਜਿੰਨਾ ਚਿਰ ਤੱਕ ਭੋਗੀ ਜੂਨਾਂ ਵਿੱਚ ਉਹ ਸੰਸਕਾਰਾਂ ਨੂੰ ਅਸੀਂ ਭੋਗ ਨਹੀਂ ਲੈਂਦੇ, ਉਹਨਾਂ ਚਿਰ ਤੱਕ ਮਨੁੱਖਾ ਜੀਵਨ ਦੁਬਾਰਾ ਨਹੀਂ ਪ੍ਰਾਪਤ ਹੋਵੇਗਾ। ਅਸੀਂ ਜਿਸ ਵੀ ਕਿਸਮ ਦਾ ਪੈਸਾ ਆਪਣੇ ਘਰ ਖੜਦੇ ਹਾਂ ਜਾਂ ਆਪਣੀ ਫੈਮਿਲੀ ਨੂੰ ਉਹ ਪੈਸਾ ਖਵਾਉਂਦੇ ਹਾਂ, ਉਸੇ ਹੀ ਕਿਸਮ ਦਾ ਉਹਨਾਂ ਨੇ ਬਿਹੇਵੀਅਰ ਸਾਡੇ ਨਾਲ ਕਰਨਾ ਹੈ। ਉਹਨਾਂ ਦਾ ਵਿਵਹਾਰ ਬਿਲਕੁਲ ਉਸੇ ਹੀ ਤਰ੍ਹਾਂ ਦਾ ਹੋਵੇਗਾ। ਹੁਣ ਅਕਸਰ ਲੋਕ ਕਹਿੰਦੇ ਨੇ ਕਿ ਸਾਡੇ ਬੱਚੇ ਸਾਡੀ ਕੇਅਰ ਨਹੀਂ ਕਰਦੇ, ਸਾਨੂੰ ਪਰੇਸ਼ਾਨ ਬਹੁਤ ਕਰਦੇ ਆ। ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਸਾਨੂੰ ਆਪਣੇ ਬੀਤੇ ਜੀਵਨ ਵੱਲ ਇੱਕ ਵਾਰੀ ਜ਼ਰੂਰ ਝਾਤੀ ਮਾਰਨੀ ਪਵੇਗੀ। ਇਹ ਗੱਲਾਂ ਤੁਹਾਡੇ ਅੰਦਰ ਹਲਚਲ ਜ਼ਰੂਰ ਪੈਦਾ ਕਰਨਗੀਆਂ, ਪਰ ਜਿੰਨਾ ਚਿਰ ਤੱਕ ਇਹਨਾਂ ਗੱਲਾਂ ਵੱਲ ਆਪਾਂ ਧਿਆਨ ਨਹੀਂ ਦਿੰਦੇ, ਉਹਨਾਂ ਚਿਰ ਤੱਕ ਸਾਨੂੰ ਜਾਗਣ ਦੇ ਪ੍ਰਤੀ ਕੋਈ ਉਤਸੁਕਤਾ ਪ੍ਰਾਪਤ ਨਹੀਂ ਹੋ ਸਕਦੀ। ਸੁਰਤੀ ਕੀ ਕਰ ਰਹੀ ਆ ਕਿ ਮੋਹ ਦੇ ਵੱਸ 'ਚ ਪੈ ਕੇ ਆਪਣੇ ਧੀਆਂ ਪੁੱਤਾਂ ਦਾ ਇੰਤਜ਼ਾਮ ਕਰ ਰਹੀ ਹੈ, ਜਦ ਕਿ ਇਹਨੂੰ ਇਹ ਨਹੀਂ ਪਤਾ ਕਿ ਇਹ ਜਿਹੜੇ ਜੀਵ ਹਨ ਜੋ ਵੀ ਤੇਰੇ ਨਾਲ ਜੁੜੇ ਹਨ, ਇਹ ਕੇਵਲ ਇੱਕ ਸਾਡਾ ਟੈਂਪਰੇਰੀ ਫਰਜ਼ ਹੈ। ਜਿੰਨਾ ਚਿਰ ਤੱਕ ਆਪਾਂ ਆਪਣੇ ਫਰਜ਼ ਨੂੰ ਨਹੀਂ ਨਿਭਾਉਂਦੇ, ਉਹਨਾਂ ਚਿਰ ਤੱਕ ਅਸੀਂ ਕਾਰਨ ਸਰੀਰ ਰੂਪੀ ਸੰਸਕਾਰਾਂ ਤੋਂ ਮੁਕਤ ਨਹੀਂ ਹੋ ਸਕਦੇ। ਜਦੋਂ ਅਸੀਂ ਮੋਹ 'ਚ ਪੈ ਕੇ ਕੁਝ ਕਰਮ ਕਰਦੇ ਹਾਂ ਤਾਂ ਉਹ ਸੰਸਕਾਰ ਜਿਹੜੇ ਉਹਨਾਂ ਦਾ ਜ਼ਿੰਮੇਵਾਰੀ ਸਾਡੀ ਬਣ ਜਾਂਦੀ ਹੈ। ਸ਼ੁਰੂ ਇਸ ਪ੍ਰਕਾਸ਼ ਨੇ ਨਾਭੀ ਚੱਕਰ ਤੋਂ ਕਰਨਾ ਹੈ। ਮੂਲਾਧਾਰ ਚੱਕਰ, ਨਾਭੀ ਚੱਕਰ, ਫਿਰ ਹਿਰਦੇ 'ਤੇ, ਫਿਰ ਗਲੇ 'ਚ, ਗਲੇ ਤੋਂ ਬਾਅਦ ਫਿਰ ਸਿੱਧਾ ਉੱਪਰ ਚੱਲ ਜਾਂਦਾ ਹੈ ਮੱਥੇ ਦੇ, ਜਿੱਥੇ ਆਪਾਂ ਜੂੜਾ ਕਰਦੇ ਹਾਂ ਉਸ ਏਰੀਏ ਦੇ ਨਾਲ ਖੋਪੜੀ ਨਾਲ ਟਕਰਾ ਕੇ ਅਗਲੇ ਬੰਨੇ ਆਵੇਗਾ। ਜਿੱਥੇ ਵਾਲ ਖਤਮ ਹੋ ਜਾਂਦੇ ਆ ਤੇ ਮੱਥਾ ਸ਼ੁਰੂ ਹੁੰਦਾ ਹੈ, ਉਸ ਹਿੱਸੇ ਨਾਲ ਟਕਰਾ ਕੇ ਤੇ ਅਗਲੇ ਬੰਨੇ ਆ ਜਾਊਗਾ ਨੱਕ 'ਤੇ ਟਕਰਾ ਕੇ ਜਿੱਥੇ ਨੱਕ ਦੀ ਹੱਡੀ ਅੰਦਰ ਨੂੰ ਵਧੀ ਹੈ, ਹੱਡੀ ਦੇ ਉਸ ਹਿੱਸੇ ਨਾਲ ਟਕਰਾਉਣ ਤੋਂ ਬਾਅਦ ਪ੍ਰਕਾਸ਼ ਨੇ 1 ਇੰਚ ਅੰਦਰ ਜਾ ਕੇ ਰੁਕ ਜਾਣਾ ਹੈ। ਉਸ ਜਗ੍ਹਾ 'ਤੇ ਤੀਜੇ ਨੇਤਰ ਦਾ ਪਹਿਲਾ ਚੱਕਰ ਹੈ। ਜਦੋਂ ਵੀ ਪ੍ਰਕਾਸ਼ ਪ੍ਰਗਟ ਹੋ ਗਿਆ, ਤੁਹਾਨੂੰ ਆਪਣੇ ਜੀਵਨ ਦੀ ਸੋਝੀ ਆ ਜਾਵੇਗੀ। ਤੁਸੀਂ ਬਿਨਾਂ ਮਤਲਬ ਦੇ ਬੋਲਣਾ ਬੰਦ ਕਰ ਦੋਗੇ, ਬਿਨਾਂ ਮਤਲਬ ਦੇ ਲੋਕਾਂ ਨੂੰ ਪਰੇਸ਼ਾਨ ਕਰਨਾ ਬੰਦ ਕਰ ਦੇਵੋਗੇ। ਆਪਣੇ ਜੀਵਨ ਨੂੰ ਸਹਿਜ ਤੱਤ ਵਿੱਚ ਬਤੀਤ ਕਰਨ ਦੇ ਲਈ ਆਪਣੇ ਆਪ ਹੀ ਤੁਹਾਨੂੰ ਆਪਣੇ ਅੰਤਰਾਕਰਣ ਦੇ ਵਿੱਚੋਂ ਪ੍ਰੇਰਣਾ ਮਿਲਣੀ ਸ਼ੁਰੂ ਹੋ ਜਾਣੀ ਹੈ। ਬਾਹਰੋਂ ਜਿੰਨੀ ਮਰਜ਼ੀ ਕੋਸ਼ਿਸ਼ ਕਰਕੇ ਦੇਖ ਲਈਏ, ਅਸੀਂ ਆਪਣੇ ਸੁਭਾਅ ਨੂੰ ਬਦਲ ਨਹੀਂ ਸਕਦੇ, ਪਰ ਜਦੋਂ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ ਤੇ ਮਨ ਆਪਣੇ ਔਗਣਾਂ ਦਾ, ਆਪਣੇ ਸੁਭਾਅ ਦਾ ਆਪਣੇ ਆਪ ਹੀ ਤਿਆਗ ਕਰਨਾ ਸ਼ੁਰੂ ਕਰ ਦਿੰਦਾ ਹੈ। ਸਾਧਨਾ ਦੇ ਨਾਲ ਨਾਲ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਣੀਆਂ ਹਨ। ਕੰਮ ਕਰਨਾ ਹੈ, ਨੌਕਰੀ ਕਰਨੀ ਹੈ, ਸੋ ਸਾਨੂੰ ਸਾਰੇ ਆਪਣੇ ਫਰਜ਼ ਨਿਭਾਉਣੇ ਪੈਣੇ ਹਨ। ਇਹ ਧਰਤੀ ਇੱਕ ਬਹੁਤ ਵੱਡੀ ਡਿਸਪਲੇ ਹੈ। ਅਸੀਂ ਸਾਰੇ ਆਪੋ ਆਪਣਾ ਕਿਰਦਾਰ ਪਲੇ ਕਰ ਰਹੇ ਹਾਂ। ਜਿੰਨਾ ਚਿਰ ਤੱਕ ਅਸੀਂ ਆਪਣਾ ਕਿਰਦਾਰ ਨੂੰ ਸਹੀ ਤਰੀਕੇ ਨਾਲ ਨਹੀਂ ਨਿਭਾਉਂਦੇ, ਉਹਨਾਂ ਚਿਰ ਤੱਕ ਸਾਡਾ ਜਿਹੜਾ ਇਹ ਸੀਨ ਇਹ ਕੰਪਲੀਟ ਨਹੀਂ ਹੋਣਾ। ਜੇਕਰ ਅਸੀਂ ਗਲਤ ਤਰੀਕੇ ਨਾਲ ਆਪਣੇ ਕਿਰਦਾਰ ਨੂੰ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਕੁਦਰਤ ਨੇ ਬਾਰ-ਬਾਰ ਸਾਨੂੰ ਇਸ ਧਰਤੀ 'ਤੇ ਭੇਜਣਾ ਹੈ ਆਪਣੇ ਉਸ ਕਿਰਦਾਰ ਨੂੰ ਪੂਰਾ ਕਰਨ ਦੇ ਲਈ। ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਕਿ ਆਪ ਦੀ ਉਮਰ ਕਿੰਨੀ ਹੋ ਗਈ ਹੈ, ਕਿੰਨਾ ਸਮਾਂ ਲੰਘ ਗਿਆ। ਜਦੋਂ ਵੀ ਇਨਸਾਨ ਨੇ ਆਪਣੇ ਅੰਤਰਾਕਰਣ ਦੇ ਵਿੱਚੋਂ ਆ ਪਰਮਾਤਮਾ ਦੇ ਦਰਸ਼ਨਾਂ ਦੀ ਪੁਕਾਰ ਕੀਤੀ ਤੇ ਪਿਛਲਾ ਜਨਮ ਦਾ ਜੋ ਵੀ ਲੇਖਾ ਜੋਖਾ ਹੈ ਉਹ ਆਪਣੇ ਆਪ ਹੀ ਸਾਡੇ ਕਾਰਨ ਸਰੀਰ ਤੋਂ ਨਸ਼ਟ ਹੋ ਜਾਣਾ ਹੈ। ਪਰ ਜਿੰਨਾ ਚਿਰ ਤੱਕ ਮਨੁੱਖ ਪੁਕਾਰ ਨਹੀਂ ਕਰਦਾ, ਉਹਨਾਂ ਚਿਰ ਤੱਕ ਪਰਮਾਤਮਾ ਵੀ ਸਾਡੀ ਕੋਈ ਮਦਦ ਨਹੀਂ ਕਰ ਸਕਦਾ। ਜਦੋਂ ਵੀ ਸਾਧਕ ਦਾ ਆਪਣੇ ਅੰਤਰਾਕਰਣ ਦੇ ਵਿੱਚ ਪ੍ਰਵੇਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਕੁਦਰਤ ਉਸ ਮਨੁੱਖ ਨੂੰ ਬਚਾਉਂਦੀ ਹੈ ਬੁਰੇ ਕਰਮਾਂ ਨੂੰ ਕਰਨ ਤੋਂ। ਫਿਰ ਕੁਦਰਤ ਕੀ ਕਰਦੀ ਹੈ ਕਿ ਉਸ ਮਨੁੱਖ ਦੇ ਅੰਦਰ ਜੋ ਨਾਮ ਰੂਪੀ ਬੀਜ ਹੈ ਉਸ ਨੂੰ ਸਾਂਭਣ ਵਾਸਤੇ ਚੰਗੇ ਗੁਣਾਂ ਦੀ ਵਾੜ ਕਰ ਦਿੰਦੀ ਹੈ। ਸਾਧਕ ਜਦੋਂ ਵੀ ਅੰਤਰਾਕਰਣ ਦੇ ਵਿੱਚੋਂ ਪਰਮ ਸ਼ਕਤੀ ਨੂੰ ਪੁਕਾਰਦਾ ਹੈ ਤੇ ਸ਼ਕਤੀ ਆਪਣੇ ਆਪ ਹੀ ਇਸ ਦੇ ਕੋਲ ਆ ਜਾਣੀ ਹੈ। ਅਜੇ ਤੱਕ ਕੋਈ ਵੀ ਮਨੁੱਖ ਪਰਮਾਤਮਾ ਕੋਲ ਨਹੀਂ ਜਾ ਸਕਿਆ। ਮੁੱਢ ਤੋਂ ਪਰਮਾਤਮਾ ਹੀ ਮਨੁੱਖ ਦੇ ਕੋਲ ਆਇਆ ਹੈ। ਇਹੋ ਹੀ ਰੀਤ ਹੈ। ਆਪ ਨੇ ਕੇਵਲ ਆਪਣੀ ਸੁਰਤੀ ਨੂੰ ਦੋਨੋਂ ਭਰੋਟਿਆਂ ਦੇ ਵਿਚਕਾਰ ਰੱਖ ਕੇ ਉਸ ਪਰਮ ਸ਼ਕਤੀ ਨੂੰ ਪੁਕਾਰਨਾ ਹੈ
ਤੇ ਉਸ ਸ਼ਕਤੀ ਨੇ ਆਪਣੇ ਆਪ ਹੀ ਤੁਹਾਡੇ ਕੋਲ ਆ ਜਾਣਾ ਹੈ। ਜਦੋਂ ਪਰਮ ਸ਼ਕਤੀ ਆਪ ਜੀ ਦੇ ਕਰੀਬ ਆਈ ਤੇ ਆਪ ਜੀ ਦਾ ਜੀਵਨ ਸੰਪੂਰਨ ਤੌਰ ਤੇ ਬਦਲਣਾ ਸ਼ੁਰੂ ਹੋ ਜਾਵੇਗਾ। ਜੀਵਨ ਦੇ ਵਿੱਚ ਪਹਿਲਾਂ ਜੋ ਰੁੱਖਾਪਨ ਸੀ ਉਹਦੀ ਜਗ੍ਹਾ ਖੁਸ਼ਬੂ ਨੇ ਲੈ ਲੈਣੀ ਹੈ, ਔਰ ਹੌਲੀ ਹੌਲੀ ਕਰਕੇ ਜਿਵੇਂ ਕੰਨ ਸਰੀਰ ਦੇ ਵਿੱਚੋਂ ਸੰਸਕਾਰਾਂ ਨੇ ਘਟਣਾ ਸ਼ੁਰੂ ਕੀਤਾ ਤੇ ਆਪ ਜੀ ਨੂੰ ਇੰਝ ਲੱਗੇਗਾ ਕਿ ਮੇਰਾ ਸਰੀਰ ਇੱਕਦਮ ਹੌਲਾ ਹੋ ਗਿਆ। ਪਹਿਲਾਂ ਸਰੀਰ ਬਹੁਤ ਭਾਰਾ ਸੀ ਨਾ, ਹੁਣ ਇੰਝ ਲੱਗਦਾ ਸਰੀਰ ਬਿਲਕੁਲ ਲਾਈਟ ਹੋ ਗਿਆ। ਸਾਧਨਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਆਸਣ ਸਿੱਧ ਕਰਨਾ ਪਊਗਾ। ਆਪ ਜਿਸ ਤਰ੍ਹਾਂ ਬੈਠਣਾ ਚਾਹੋ ਉਸੇ ਹੀ ਤਰ੍ਹਾਂ ਬੈਠ ਸਕਦੇ ਹੋ, ਵਹਿਮ ਨਹੀਂ ਕਰਨਾ। ਪਰ ਜਦੋਂ ਆਪਨੇ ਇੱਕ ਦੀ ਪੋਜੀਸ਼ਨ ਲਈ ਤੇ ਕੋਸ਼ਿਸ਼ ਕਰੋ ਉਸ ਮੁਦਰਾ ਦੇ ਵਿੱਚੋਂ ਆਪਨੇ ਹਿਲ ਜੁਲ ਨਹੀਂ ਕਰਨੀ, ਉਸੇ ਹੀ ਤਰ੍ਹਾਂ ਬੈਠੇ ਰਹਿਣਾ ਹੈ। ਘੱਟੋ ਘੱਟ 45 ਮਿੰਟ ਆਪ ਨੂੰ ਬੈਠਣਾ ਪਵੇਗਾ। ਜੇਕਰ ਆਪ 45 ਮਿੰਟ ਹਰ ਦਿਨ ਸਾਧਨਾ ਕਰਦੇ ਹੋ ਤੇ ਆਪ ਨੂੰ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਪ੍ਰਾਪਤ ਹੋਣਗੇ। 45 ਮਿੰਟ ਚੋਂ 25-30 ਮਿੰਟ ਤੇ ਸਰੀਰ ਨੂੰ ਤਿਆਰੀ ਵਿੱਚ ਹੀ ਲੱਗ ਜਾਂਦੇ ਨੇ ਤੇ 20 ਮਿੰਟ ਹੀ ਆਪ ਜੀ ਨੂੰ ਮਿਲਦੇ ਨੇ। ਸੋ ਆਪ ਘੱਟੋ ਘੱਟ ਕੋਸ਼ਿਸ਼ ਕਰੋ 45 ਮਿੰਟ ਸਾਧਨਾ ਕਰਨ ਦੇ ਲਈ। ਧਿਆਨ ਸਿਮਰਨ ਦੀ ਜੋ ਪ੍ਰਾਪਤੀ ਹੈ ਉਹ ਹੈ 9 ਦਰਵਾਜ਼ਿਆਂ ਦੇ ਵਿੱਚੋਂ ਉਸ ਸ਼ਕਤੀ ਨੂੰ ਮੁਕਤ ਕਰਕੇ 10ਵੇਂ ਦਰਵਾਜ਼ੇ ਤੱਕ ਲੈ ਕੇ ਜਾਣਾ। 9 ਦਰਵਾਜ਼ੇ ਸਾਨੂੰ ਸੰਸਾਰ ਨਾਲ ਜੋੜਦੇ ਨੇ, 10ਵਾਂ ਦਰਵਾਜ਼ਾ ਜਿਹੜਾ ਹੈਗਾ ਵਾ ਉਹ ਸਾਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ। ਜਦੋਂ ਆਪਾਂ ਆਪਣੀ ਸੁਰਤੀ ਨੂੰ ਕਿਸੇ ਚੀਜ਼ ਤੇ ਟਾਰਗੇਟ ਕਰਦੇ ਹਾਂ ਤੇ ਸਾਡੀ ਬੁੱਧੀ ਵੀ ਉਸ ਜਗ੍ਹਾ ਤੇ ਪਹੁੰਚ ਜਾਂਦੀ ਹੈ। ਸਧਾਰਨ ਬੁੱਧੀ ਦੇ ਨਾਲ ਸਾਨੂੰ ਸੰਸਾਰਿਕ ਚੀਜ਼ਾਂ ਦਾ ਗਿਆਨ ਹੋ ਜਾਂਦਾ ਹੈ, ਪਰ ਜਦੋਂ ਸਾਨੂੰ ਆਪਣੇ ਅੰਤਰਾਕਰਣ ਦੇ ਵਿੱਚ ਉਸ ਪਰਮ ਸ਼ਕਤੀ ਦੇ ਦਰਸ਼ਨ ਹੁੰਦੇ ਹਨ ਤਾਂ ਸਾਡੇ ਅੰਦਰ ਵਿਵੇਕ ਬੁੱਧੀ ਦੇ ਝਰਨੇ ਨੇ ਪ੍ਰਗਟ ਹੋ ਜਾਣਾ ਹੈ। ਮਨੁੱਖ ਅਤੇ ਪਰਮਾਤਮਾ ਦੇ ਵਿਚਕਾਰ ਇੱਕ ਚੀਜ਼ ਹੈ, ਉਹ ਹੈ ਵਿਚਾਰ, ਜੋ ਸਾਡੇ ਮਨ ਦੇ ਅੰਦਰ ਆਪਣੇ ਆਪ ਹੀ ਚੱਲੀ ਜਾ ਰਹੇ ਹਨ। ਸਾਧ ਸੰਗਤ ਜੀ, ਜਦੋਂ ਵੀ ਆਪ ਨੇ ਕੁਝ ਦਿਨ ਸਾਧਨਾ ਸ਼ੁਰੂ ਕੀਤੀ ਤੇ ਆਪ ਦਾ ਆਪਣੇ ਆਪ ਹੀ ਵਿਚਾਰ ਮੰਡਲ ਤੋਂ ਅਗਲੇ ਮੰਡਲ ਦੇ ਵਿੱਚ ਪ੍ਰਵੇਸ਼ ਹੋ ਜਾਣਾ ਹੈ। ਇਹ ਰਸਤਾ ਬੜਾ ਵਿਖਮ ਹੈ, ਭੀੜ ਦਾ ਕੰਮ ਨਹੀਂ ਹੈ। ਹਰ ਇੱਕ ਮਨੁੱਖ ਨੂੰ ਇਕੱਲੇ ਹੀ ਆਪਣੇ ਅੰਤਰਾਕਰਣ ਦੇ ਵਿੱਚ ਇਹ ਸਫ਼ਰ ਸ਼ੁਰੂ ਕਰਨਾ ਪੈਣਾ ਹੈ। ਹਰ ਦਿਨ ਸਾਨੂੰ ਖੁਦ ਆਪਣੇ ਆਪ ਨਾਲ ਆਸਣ ਲਗਾਉਣਾ ਪੈਣਾ ਹੈ, ਤਾਂ ਹੀ ਇਸ ਦਿਸ਼ਾ ਦੇ ਵੱਲ ਗਤੀ ਹੋ ਸਕਦੀ ਹੈ। ਸਾਧਨਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕੀਰਤਨ ਸ਼ਬਦ ਨੂੰ ਸਰਵਣ ਕਰਨਾ ਹੈ, ਉਸ ਤੋਂ ਬਾਅਦ ਹੀ ਸਾਧਨਾ ਦੇ ਵਿੱਚ ਪ੍ਰਵੇਸ਼ ਕਰਨਾ ਹੈ। ਸਾਧ ਸੰਗਤ ਜੀ, ਜਿਹੜਾ ਸੰਗੀਤ ਆ ਇਹਦੀ ਖੋਜ ਇਹਨਾਂ ਸੰਤਾਂ ਨੇ, ਰਿਸ਼ੀਆਂ ਨੇ, ਮੁਨੀਆਂ ਨੇ ਹੀ ਕੀਤੀ ਹੈ। ਤੇ ਜਦੋਂ ਆਪਾਂ ਸੰਗੀਤ ਨੂੰ ਸਰਵਣ ਕਰਦੇ ਹਾਂ, ਇਹਦੇ ਨਾਲ ਕੀ ਹੁੰਦਾ ਕਿ ਸਾਡੇ ਮਸਤਕ ਅੰਦਰ ਕਈ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਸੂਖਮ ਨੇ, ਉਹਨਾਂ ਤੇ ਬਹੁਤ ਅਸਰ ਹੁੰਦਾ ਹੈ ਤੇ ਮਨ ਨੂੰ ਸ਼ਾਂਤ ਕਰਨ ਦੇ ਲਈ ਸੰਗੀਤ ਦਾ ਸਹਾਰਾ ਲਿਆ ਜਾ ਸਕਦਾ ਹੈ। ਸਾਧਨਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਇਸ ਤਰ੍ਹਾਂ ਕਰੋ ਕਿ ਆਪ ਜੀ ਦੇ ਜੀਵਨ ਵਿੱਚ ਜਿੰਨੇ ਵੀ ਦੁੱਖ ਹਨ, ਸੰਤਾਪ ਹਨ, ਪਰੇਸ਼ਾਨੀਆਂ ਹਨ, ਕਿਸੇ ਕਾਰਨ ਹਨ, ਉਹਨਾਂ ਸਾਰਿਆਂ ਲੋਕਾਂ ਨੂੰ ਮਾਫ ਕਰੋ। ਜਿੰਨਾ ਚਿਰ ਤੱਕ ਆਪ ਮਾਫ ਨਹੀਂ ਕਰਦੇ ਉਹਨਾਂ ਚਿਰ ਤੱਕ ਆਪ ਜੀ ਲਈ ਨਿਰਵਿਚਾਰ ਅਵਸਥਾ ਵਿੱਚ ਪ੍ਰਵੇਸ਼ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਸਾਧਨਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਸ਼ਰਤ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਆਪਾਂ ਕਿਸੇ ਨੂੰ ਮਾਫ ਕਰ ਦਿੰਦੇ ਹਾਂ, ਉਸ ਤੋਂ ਬਾਅਦ ਸਾਡਾ ਮਨ ਆਪਣੇ ਆਪ ਹੀ ਉਹਨਾਂ ਵਿਚਾਰਾਂ ਤੋਂ ਮੁਕਤ ਹੋ ਜਾਂਦਾ ਹੈ, ਕੁਝ ਕਰਨਾ ਨਹੀਂ ਪੈਂਦਾ। ਫਿਰ ਸੁਰਤੀ ਆਪਣੇ ਆਪ ਹੀ ਅੰਤਰਾਕਰਣ ਦੇ ਵਿੱਚ ਸਥਿਰ ਹੋਣ ਦੇ ਲਈ ਕੋਸ਼ਿਸ਼ ਕਰਨ ਲੱਗ ਜਾਂਦੀ ਹੈ। ਜਦੋਂ ਸਾਡੇ ਘਰ ਕੋਈ ਮਹਿਮਾਨ ਆਉਣ ਵਾਲਾ ਹੋਵੇ ਤਾਂ ਅਸੀਂ ਆਪਣੇ ਘਰ ਦੀ ਸਫਾਈ ਕਰਦੇ ਹਾਂ। ਉਸੇ ਹੀ ਤਰ੍ਹਾਂ ਸਾਡੇ ਅੰਤਰਾਕਰਣ ਦੇ ਵਿੱਚ ਕਈ ਔਗਣ ਹਨ ਜਿਨ੍ਹਾਂ ਨੂੰ ਅਸੀਂ ਖੁਦ ਹੀ ਆਪ ਬਾਹਰ ਸੁੱਟ ਸਕਦੇ ਹਾਂ। ਜਦੋਂ ਪਰਮਾਤਮਾ ਵਰਗੀ ਸ਼ਕਤੀ ਨੂੰ ਅਸੀਂ ਇਨਵਾਈਟ ਕਰਦੇ ਹਾਂ, ਉਹਨੂੰ ਅਸੀਂ ਕਹਿੰਦੇ ਕਿ ਸਾਡੇ ਘਰ ਆ, ਤੇ ਸਾਨੂੰ ਵੀ ਆਪਣੇ ਅੰਤਰਾਕਰਣ 'ਚ ਥੋੜ੍ਹੀ ਬਹੁਤੀ ਸਫਾਈ ਕਰਨੀ ਪੈਣੀ ਹੈ। ਸਾਡੀ ਪਰਮਾਤਮਾ ਦੇ ਵਿੱਚ ਜਿਹੜੀ ਸੁਰਤੀ ਇਕਾਗਰ ਹੋਣੀ ਹੈ, ਉਹਦੇ ਵਿੱਚ ਜੋ ਸਭ ਤੋਂ ਵੱਡੀ ਰੁਕਾਵਟ ਹੈ ਉਹ ਹੈ ਹਉਮੈ। ਹਉਮੈ ਜਿਹੜਾ ਰੋਗ ਹੈ ਉਹ ਸੁਰਤੀ ਦਾ ਰੋਗ ਹੈ। ਬਾਕੀ ਜਿਹੜੇ ਦੂਜੇ ਰੋਗ ਹਨ, ਕਾਮ, ਕ੍ਰੋਧ, ਲੋਭ, ਮੋਹ, ਇਹ ਚਾਰੇ ਮਨ ਦੇ ਅਵਗੁਣ ਹਨ। ਆਪ ਨੇ ਜਦੋਂ ਸਾਧਨਾ ਸ਼ੁਰੂ ਕੀਤੀ ਤਾਂ ਆਪ ਜੀ ਦੇ ਸਰੀਰ ਵਿੱਚ ਸ਼ਕਤੀ ਨੇ ਪ੍ਰਗਟ ਹੋ ਜਾਣਾ, ਐਨਰਜੀ ਨੇ ਪ੍ਰਗਟ ਹੋ ਜਾਣਾ, ਪ੍ਰਾਣ ਊਰਜਾ ਨੇ ਪ੍ਰਗਟ ਹੋ ਜਾਣਾ। ਕੁਝ ਸਮੇਂ ਦੇ ਲਈ ਤੁਹਾਨੂੰ ਉਸ ਸ਼ਕਤੀ ਨੂੰ ਚੱਲਣਾ ਪਵੇਗਾ। ਹੌਲੀ ਹੌਲੀ ਕਰਕੇ ਜਦੋਂ ਸ਼ਕਤੀ ਆਪਣੇ ਰਸਤੇ ਬਣਾ ਲੇਗੀ, ਫਿਰ ਉਹਦਾ ਜਿਹੜਾ ਅਨੁਭਵ ਆ ਉਹ ਸ਼ਾਂਤ ਹੋ ਜਾਏਗਾ। ਆਖਿਰ ਦੇ ਵਿੱਚ ਜੋ ਪ੍ਰਾਪਤੀ ਹੈ ਉਹ ਬਹੁਤ ਵੱਡੀ ਹੈ। ਸਾਡੀ ਜਿਹੜੀ ਮਿਹਨਤ ਆ ਉਹ ਕੁਛ ਵੀ ਨਹੀਂ ਹੈ।
ਜੋ ਪ੍ਰਾਪਤ ਹੁੰਦਾ ਹੈ ਉਹ ਬਹੁਤ ਵਿਸ਼ਾਲ ਹੈ, ਬਹੁਤ ਆਨੰਦਮਈ ਹੈ, ਬਹੁਤ ਸ਼ਾਂਤੀਮਈ ਹੈ। ਬਾਣੀ ਵਿੱਚ ਜ਼ਿਕਰ ਆਉਂਦਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦੋਂ ਅਸੀਂ ਪਿਆਰ ਕਰਦੇ ਹਾਂ ਬ੍ਰਹਮ ਸ਼ਕਤੀ ਨੂੰ ਤੇ ਉਹ ਆਪਣੇ ਆਪ ਹੀ ਸਾਡੇ ਕੋਲ ਆ ਜਾਂਦੀ ਹੈ। ਹੋਰ ਕੋਈ ਵੀ ਰਸਤਾ ਨਹੀਂ ਹੈ। ਭਗਤੀ ਤੋਂ ਭਾਵ ਹੀ ਪਿਆਰ ਹੈ, ਬਿਨਾਂ ਕੰਡੀਸ਼ਨ, ਬਿਨਾਂ ਕਿਸੇ ਸ਼ਰਤ ਦੇ ਪਰਮਾਤਮਾ ਨੂੰ ਪਿਆਰ ਕਰਨਾ। ਸਾਧ ਸੰਗਤ ਜੀ, ਦੋ ਕਿਸਮ ਦੀ ਉਪਾਸਨਾ ਹੁੰਦੀ ਹੈ। ਇੱਕ ਉਪਾਸਨਾ ਹੁੰਦੀ ਸਾਕਾਰ ਰੂਪ ਦੀ, ਦੂਜੀ ਉਪਾਸਨਾ ਹੁੰਦੀ ਹੈ ਨਿਰਾਕਾਰ ਰੂਪ ਦੀ। ਸਾਕਾਰ ਰੂਪ ਜਿਹੜਾ ਹੁੰਦਾ ਹੈ ਨਾ, ਉਹ ਕੇਵਲ ਸਿਗਨਲ ਹੈ। ਜਿੱਦਾਂ ਛੋਟੇ ਬੱਚਿਆਂ ਨੂੰ ਊੜਾ, ਊਠ, ਐੜਾ, ਅੰਬ, ਈੜੀ, ਇੱਟ ਜਾਂ ਇੱਲ ਕਹਿ ਲਓ, ਸਮਝਾਇਆ ਜਾਂਦਾ ਹੈ। ਉਸੇ ਹੀ ਤਰ੍ਹਾਂ ਜਿਹੜੀ ਸਾਕਾਰ ਰੂਪ ਦੀ ਪੂਜਾ ਹੈ ਉਹ ਕੇਵਲ ਸਿਗਨਲ ਹੈ। ਜਿੱਦਾਂ ਆਪਾਂ ਚੰਦਰਮਾ ਦੀ ਤਰਫ ਇਸ਼ਾਰਾ ਕੀਤਾ ਤੇ ਉਂਗਲ ਕਰਤੀ। ਹੁਣ ਜਦੋਂ ਕੋਈ ਬੰਦਾ ਚੰਦਰਮਾ ਨੂੰ ਭੁੱਲ ਕੇ ਉਂਗਲ ਨੂੰ ਫੜ ਲਏਗਾ ਤੇ ਉਹਦੇ ਨਾਲ ਕੀ ਹੋਊਗਾ? ਅਗਿਆਨ ਵਧੇਗਾ। ਸਾਕਾਰ ਨੂੰ ਹੀ ਇਨਸਾਨ ਨੇ ਆਪਣੇ ਪਰਮ ਜੀਵਨ ਦੀ ਪ੍ਰਾਪਤੀ ਸਮਝ ਲਿਆ ਹੈ, ਜਦਕਿ ਸਾਕਾਰ ਰੂਪ ਜਿਹੜਾ ਹੈ ਉਹ ਕੇਵਲ ਸਿਗਨਲ ਸੀ, ਇਸ਼ਾਰਾ ਸੀ। ਅਸੀਂ ਸਾਧਨਾ ਕਰਨੀ ਹੈ ਨਿਰਾਕਾਰ ਦੀ। ਨਿਰਾਕਾਰ ਦੀ ਸਾਧਨਾ ਹੀ ਸਭ ਤੋਂ ਪਰਮ ਸਾਧਨਾ ਹੈ। ਥੋੜੀ ਮੁਸ਼ਕਲ ਜ਼ਰੂਰ ਆਉਂਦੀ ਹੈ ਕਿਉਂਕਿ ਨਿਰਾਕਾਰ ਦਾ ਰੂਪ ਨਹੀਂ ਹੈਗਾ, ਪਰ ਨਿਰਾਕਾਰ ਦੀ ਸਾਧਨਾ ਕੀਤਿਆਂ ਹੀ ਸਾਨੂੰ ਇਸ ਸਿਸਟਮ 'ਚੋਂ ਮੁਕਤੀ ਪ੍ਰਾਪਤ ਹੋ ਸਕਦੀ ਹੈ। ਬਹੁਤ ਸਾਰਿਆਂ ਮਨੁੱਖਾਂ ਨੇ ਆਪਣੇ ਆਪ ਨੂੰ ਸਾਕਾਰ ਦੇ ਵਿੱਚ ਹੀ ਉਲਝਾ ਕੇ ਰੱਖ ਲਿਆ ਹੈ। ਸਾਕਾਰ ਜੋ ਹੈ ਉਹ ਜੜ ਹੈ, ਉਹ ਸਾਨੂੰ ਅੰਤਰਾਕਰਨ ਦੇ ਵਿੱਚ ਪ੍ਰਵੇਸ਼ ਕਰਨ ਦੇ ਲਈ ਕੋਈ ਮਦਦ ਨਹੀਂ ਕਰ ਸਕਦਾ। ਸਾਧਨਾ ਦੀ ਮਦਦ ਦੇ ਨਾਲ ਸੁਰਤੀ ਨੂੰ ਆਤਮ ਤੱਤ ਵਿੱਚ ਵਾਪਸ ਲੈ ਕੇ ਜਾਣਾ ਹੈ। ਅਗਿਆਨ ਦੇ ਕਾਰਨ ਸੁਰਤੀ ਆਤਮਾ ਤੱਤ 'ਚੋਂ ਬਾਹਰ ਆ ਗਈ ਹੈ ਅਤੇ ਭੋਗਾਂ ਨੂੰ ਭੋਗ ਰਹੀ ਹੈ, ਜਿਸ ਦੇ ਕਰਕੇ ਸੰਸਕਾਰ ਬਣ ਰਹੇ ਨੇ। ਫਿਰ ਭੋਗਦੀ ਹੈ, ਫਿਰ ਜਨਮ ਲੈਂਦੀ ਹੈ, ਫਿਰ ਭੋਗਦੀ ਹੈ, ਫਿਰ ਜਨਮ ਲੈਂਦੀ ਹੈ। ਸਾਧਨਾ ਦੇ ਵਿੱਚ ਹੀ ਆਪਾਂ ਆਪਣੀ ਸੁਰਤੀ ਨੂੰ ਅੰਤਰਮੁਖੀ ਕਰਕੇ ਤੇ ਆਤਮ ਤੱਤ ਵਿੱਚ ਸਥਿਰ ਕਰ ਸਕਦੇ ਹਾਂ। ਧਿਆਨ ਸਿਮਰਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮਨ ਰੂਪੀ ਜ਼ਮੀਨ ਨੂੰ ਤਿਆਰ ਕਰਨਾ ਪੈਂਦਾ ਹੈ। ਜੇਕਰ ਫਾਲਤੂ ਦੇ ਪੱਥਰ ਪੁੱਥਰ ਪਏ ਹਨ, ਘਾਹ ਉੱਗਿਆ ਹੈ ਤੇ ਉਹਦੇ ਵਿੱਚ ਬੀਜ ਸੁੱਟਾਂਗੇ ਤੇ ਬੀਜ ਨੇ ਫਲੀਭੂਤ ਨਹੀਂ ਹੋਣਾ। ਇਸ ਲਈ ਸਾਨੂੰ 3 ਚੀਜ਼ਾਂ ਦੀ ਲੋੜ ਪੈਂਦੀ ਹੈ: ਜਪ, ਤਪ ਅਤੇ ਧਿਆਨ। ਜਪ ਤੋਂ ਭਾਵ ਜਾਪ ਕਰਨਾ, ਪਰਮਾਤਮਾ ਦੇ ਨਾਮ ਨੂੰ ਜਾਪ ਕਰਨਾ। ਤਪ ਦਾ ਭਾਵ ਇੰਦਰੀਆਂ ਨੂੰ ਤਪਾਉਣਾ, ਔਗਣਾਂ ਤੋਂ ਆਪਣੇ ਆਪ ਨੂੰ ਅਲੱਗ ਰੱਖਣਾ। ਤੇ ਧਿਆਨ ਦਾ ਮਤਲਬ ਕਿ ਜਿਹੜੀ ਸਾਡੀ ਸੁਰਤੀ ਫੈਲ ਚੁੱਕੀ ਹੈ ਉਸ ਨੂੰ ਵਾਪਸ ਮੋੜ ਕੇ ਆਤਮ ਤੱਤ ਵਿੱਚ ਲੈ ਕੇ ਜਾਣਾ। ਇਹਨਾਂ ਤਿੰਨਾਂ ਦੇ ਨਾਲ ਹੀ ਅਸੀਂ ਪਹਿਲਾਂ ਆਪਣੇ ਅੰਤਰਾਕਰਨ ਦੀ ਸ਼ੁੱਧੀ ਕਰਨੀ ਹੈ। ਜਦੋਂ ਵੀ ਅੰਤਰਾਕਰਨ ਦੀ ਸ਼ੁੱਧੀ ਹੋਣੀ ਸ਼ੁਰੂ ਹੋ ਗਈ ਤੇ ਆਟੋਮੈਟਿਕਲੀ ਹੀ ਸਾਨੂੰ ਆਤਮ ਗਿਆਨ ਵਾਲੀ ਅਵਸਥਾ ਦੀ ਪ੍ਰਾਪਤੀ ਹੋ ਜਾਣੀ ਹੈ। ਅਕਸਰ ਧਾਰਮੀ ਮਨੁੱਖ ਦੀ ਇੱਕ ਸਮੱਸਿਆ ਪੈਦਾ ਹੋ ਜਾਂਦੀ ਹੈ, ਉਹ ਬਾਹਰੀ ਗਿਆਨ ਦੇ ਨਾਲ ਆਪਣੇ ਆਪ ਨੂੰ ਭਰ ਲੈਂਦਾ ਹੈ। ਬਾਹਰੀ ਗਿਆਨ ਤੇ ਅੰਤਰਾ ਗਿਆਨ ਦਾ ਬਹੁਤ ਫਰਕ ਹੈ। ਹਰ ਇੱਕ ਮਨੁੱਖ ਦੇ ਅੰਦਰ ਉਸ ਦਾ ਗਿਆਨ ਮੌਜੂਦ ਹੈ, ਪਰ ਇਹ ਆ ਕਿ ਸਾਨੂੰ ਉਸ ਨੂੰ ਪ੍ਰਾਪਤ ਕਰਨ ਦੇ ਲਈ ਧਿਆਨ ਸਿਮਰਨ ਦੀ ਮਦਦ ਲੈਣੀ ਪੈਣੀ ਹੈ। ਬਾਹਰੀ ਗਿਆਨ ਨੂੰ ਪ੍ਰਾਪਤ ਕਰਨ ਦੇ ਨਾਲ ਅੰਦਰ ਦਾ ਹਨੇਰਾ ਦੂਰ ਨਹੀਂ ਹੋ ਸਕਦਾ। ਅਕਸਰ ਬਾਹਰੀ ਗਿਆਨ ਜਦੋਂ ਆਪਾਂ ਲੋੜ ਤੋਂ ਜ਼ਿਆਦਾ ਪ੍ਰਾਪਤ ਕਰ ਲੈਂਦੇ ਹਾਂ ਤੇ ਉਹਦੇ ਨਾਲ ਅਗਿਆਨ ਵੱਧਦਾ ਹੀ ਹੈ। ਜਦੋਂ ਵੀ ਕੋਈ ਸਾਧਕ ਸਾਧਨਾ ਸ਼ੁਰੂ ਕਰਦਾ ਹੈ ਤੇ ਕੁਝ ਸਮੇਂ ਲਈ ਉਹਦੇ ਸਰੀਰ ਵਿੱਚ ਦਰਦ ਹੋ ਸਕਦੀ ਹੈ, ਮੋਢਿਆਂ 'ਚ, ਗੋਡਿਆਂ 'ਚ, ਗਰਦਨ ਵਿੱਚ। ਆਪਨੇ ਇਸ ਚੀਜ਼ ਨੂੰ ਹਮੇਸ਼ਾ ਹੀ ਯਾਦ ਰੱਖਣਾ ਹੈ, ਇਹ ਸਾਧਨਾ ਕਰਕੇ ਦਰਦ ਹੋ ਰਿਹਾ ਹੈ। ਇਸ ਲਈ ਹੋ ਸਕਦਾ ਕਿ ਆਪ 2-4 ਵਾਰੀ ਪੇਨ ਕਿਲਰ ਕੋਈ ਟੈਬਲੇਟ ਖਾ ਸਕਦੇ ਹੋ, ਪਰ ਇਹ ਸਾਧਨਾ ਦੇ ਵਿੱਚ ਇਸ ਕਰਕੇ ਦਰਦ ਹੋ ਰਿਹਾ ਹੈ ਕਿਉਂਕਿ ਜਿਹੜੇ ਅੰਤਰਾਕਰਨ ਦੇ ਵਿੱਚ ਜਿਹੜੇ ਵੀ ਚੱਕਰ 'ਚ ਖਰਾਬੀ ਹੈ, ਜਿੱਦਾਂ ਮੈਂ ਲੱਤ 'ਚ ਨੁਕਸ ਆ, ਹੱਥ 'ਚ ਨੁਕਸ ਆ, ਮੋਢੇ 'ਚ ਨੁਕਸ ਆ, ਉੱਥੇ ਦਰਦ ਜ਼ਿਆਦਾ ਹੋਊਗੀ। ਐਟੋਮੈਟਿਕਲੀ ਹੀ ਸਾਧਨਾ ਦੇ ਰਾਹੀਂ ਜਦੋਂ એનર્ਜੀ ਉੱਥੇ ਜਾਵੇਗੀ ਤੇ ਉਸ ਚੱਕਰ ਨੇ ਠੀਕ ਹੋ ਜਾਣਾ ਹੈ। ਜਦੋਂ ਆਪਨੇ ਸਾਧਨਾ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਚਿੱਟੇ ਰੰਗ ਦੇ ਗੋਲੇ ਆਪ ਜੀ ਨੂੰ ਆਪਣੇ ਵੱਲ ਆਉਂਦੇ ਦਿਖਾਈ ਦੇਣਗੇ। ਇਹ ਪ੍ਰਕਾਸ਼ ਇੱਕੋ ਅੱਖ ਦੇ ਰਾਹੀਂ ਦਿਖਾਈ ਦਿੰਦਾ ਹੈ ਸ਼ੁਰੂ ਦੇ ਵਿੱਚ, ਤੇ ਆਪ ਇਹਨੂੰ ਦੇਖ ਵੀ ਸਕਦੇ ਜੋ, ਨਹੀਂ ਵੀ ਦੇਖ ਸਕਦੇ ਜੋ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਪ੍ਰਕਾਸ਼ ਪ੍ਰਗਟ ਹੋਣ ਤੋਂ ਪਹਿਲਾਂ ਸਰੀਰ ਨੂੰ ਝਟਕੇ ਲੱਗਣੇ ਹਨ, ਤੇ ਜਦੋਂ ਵੀ ਝਟਕੇ ਲੱਗਣੇ ਸ਼ੁਰੂ ਹੋ ਗਏ ਤੇ ਸਮਝ ਲਓ ਕਿ ਆਪ ਜੀ ਦੀ ਅਰਦਾਸ ਜਿਹੜੀ ਹੈ ਪਰਮਾਤਮਾ ਦੇ ਦਰ ਤੇ ਮਨਜ਼ੂਰ ਹੋ ਗਈ। ਇਹ ਜਿਹੜਾ ਚਿੱਟੇ ਰੰਗ ਦੇ ਗੋਲੇ ਨੇ ਹਰ ਦਿਨ ਨਹੀਂ ਦਿਖਾਈ ਦਿੰਦੇ, ਪਰ ਇਹ ਪ੍ਰਕਾਸ਼ ਆਪਣੀ ਮਰਜ਼ੀ ਨਾਲ ਹੀ ਆਉਂਦਾ ਤੇ ਆਪਣੀ ਮਰਜ਼ੀ ਨਾਲ ਹੀ ਚਲਾ ਜਾਂਦਾ ਹੈ।
ਕੋਸ਼ਿਸ਼ ਕਰੋ ਸਵੇਰੇ ਅੰਮ੍ਰਿਤ ਵੇਲੇ ਧਿਆਨ ਸਿਮਰਨ ਕਰਨ ਦੀ। ਵੈਸੇ ਜੇਕਰ ਮਨ ਇਕਾਗਰ ਨਹੀਂ ਹੋ ਰਿਹਾ ਤੇ ਆਪਨੇ ਇਹ ਚੀਜ਼ ਦਾ ਧਿਆਨ ਰੱਖਣਾ ਹੈ, ਦਿਨ 'ਚ 4 ਵਾਰੀ ਜਿਹੜੀ ਸੁਖਮਨਾ ਨਾੜੀ ਚੱਲਦੀ ਹੈ, ਰਾਤ ਦੇ 12, ਸਵੇਰ ਦੇ 12, ਦੁਪਹਿਰ ਦੇ 12, ਸ਼ਾਮ ਨੂੰ 6 ਵਜੇ ਇਹ ਸੁਖਮਨਾ ਨਾੜੀ ਆਪਣੇ ਆਪ ਹੀ ਚੱਲਦੀ ਹੈ। ਅਗਰ ਆਪ ਇਸ ਟਾਈਮ ਦੇ ਅਗਰ ਆਪਣੇ ਅੰਤਰਕਰਨ ਵਿੱਚ ਪ੍ਰਵੇਸ਼ ਕਰਦੇ ਹੋ ਤੇ ਆਪ ਜੀ ਦਾ ਮਨ ਛੇਤੀ ਇਕਾਗਰ ਹੋ ਜਾਂਦਾ ਹੈ। ਜਿਵੇਂ ਜਿਵੇਂ ਆਪ ਨੇ ਸਾਧਨਾ ਕੀਤੀ ਤਾਂ ਆਪ ਜੀ ਦਾ ਪ੍ਰਵੇਸ਼ ਸਮਾਧੀ ਵਿੱਚ ਹੋ ਜਾਵੇਗਾ। ਸਮਾਧੀ ਅਵਸਥਾ ਵਿੱਚ ਜਦੋਂ ਮਨੁੱਖ ਪਰਮ ਸ਼ਕਤੀ ਨੂੰ ਅਨੁਭਵ ਕਰਦਾ ਹੈ ਤਾਂ ਇਸ ਦੀ ਸੁਰਤੀ ਨੇ ਆਪਣੇ ਆਪ ਹੀ ਔਗਣਾਂ ਦਾ ਤਿਆਗ ਕਰ ਦੇਣਾ ਹੈ। ਜਦੋਂ ਸੁਰਤੀ ਔਗਣਾਂ ਨੂੰ ਪੂਰਨ ਰੂਪ ਵਿੱਚ ਤਿਆਗ ਕਰ ਦੇਵੇਗੀ, ਫਿਰ ਇਸ ਨੇ ਪਰਮਾਤਮਾ ਦਾ ਹੀ ਰੂਪ ਹੋ ਜਾਣਾ ਹੈ। ਕਹਿਣ ਤੋਂ ਭਾਵ ਹਮੇਸ਼ਾ ਲਈ ਆਤਮ ਤੱਤ ਵਿੱਚ ਲੀਨ ਹੋ ਜਾਣਾ ਹੈ। ਸੁਰਤੀ ਜਿੰਨਾ ਚਿਰ ਤੱਕ ਆਤਮ ਸਰੋਵਰ ਵਿੱਚ ਇਸ਼ਨਾਨ ਨਹੀਂ ਕਰਦੀ, ਉਨਾ ਚਿਰ ਤੱਕ ਇਸ ਨੇ ਆਪਣੀ ਮਲੀਨਤਾ ਤੋਂ ਮੁਕਤ ਨਹੀਂ ਹੋਣਾ। ਜਦੋਂ ਸੁਰਤੀ ਆਪਣੇ ਨਿਰਮਲ ਸਰੂਪ ਨੂੰ ਪ੍ਰਾਪਤ ਕਰ ਲੈਂਦੀ ਹੈ ਤਾਂ ਇਸ ਨੇ ਅਗਿਆਨ ਰੂਪੀ ਕੱਪੜਿਆਂ ਦਾ ਤਿਆਗ ਕਰ ਦੇਣਾ ਹੈ। ਜਦੋਂ ਆਪ ਨੇ ਕੁਝ ਦਿਨ ਸਾਧਨਾ ਕੀਤੀ ਤੇ ਸਾਧਨਾ ਦੇ ਵਿੱਚ ਕਈ ਵਾਰੀ ਇੱਦਾਂ ਦੀ ਅਵਸਥਾ ਬਣੂਗੀ, ਇੱਕ ਜਹਾਜ਼ ਵਾਂਗੂ ਤੁਹਾਡੇ ਅੰਦਰ ਆਵਾਜ਼ ਆਵੇਗੀ, ਆਪ ਜੀ ਦਾ ਪ੍ਰਵੇਸ਼ ਆਤਮ ਤੱਤ ਵਿੱਚ ਹੋ ਜਾਵੇਗਾ। ਆਪ ਨੇ ਬਾਰ-ਬਾਰ ਉਸੇ ਤੱਤ ਵਿੱਚ ਪ੍ਰਵੇਸ਼ ਕਰਨ ਦੇ ਲਈ ਕੋਸ਼ਿਸ਼ ਕਰਨੀ ਹੈ। ਉਸ ਅਵਸਥਾ ਦੇ ਵਿੱਚ ਆਪ ਟਾਈਮ ਤੇ ਸਪੇਸ ਤੋਂ ਵੀ ਅੱਗੇ ਨਿਕਲ ਜਾਂਦੇ ਹੋ ਤਾਂ ਆਪ ਜੀ ਨੂੰ ਸਰਬ ਵਿਆਪਕ ਪਰਮਾਤਮਾ ਰੂਪੀ ਆਤਮਾ ਦੇ ਦਰਸ਼ਨ ਹੋ ਜਾਣੇ ਹਨ। ਉਸ ਸਮੇਂ ਆਪ ਜੀ ਨੂੰ ਟਾਈਮ ਦਾ ਬੋਧ ਨਹੀਂ ਰਹੇਗਾ, ਆਪ ਕਿੰਨੇ ਟਾਈਮ ਤੋਂ ਸਾਧਨਾ ਵਿੱਚ ਬੈਠੇ ਹੋ। ਜਦੋਂ ਆਪ ਨੇ ਘੜੀ ਦੇਖੀ ਤੇ ਆਪ ਨੂੰ ਪਤਾ ਲੱਗੇਗਾ ਕਿ ਕਾਫੀ ਟਾਈਮ ਹੋ ਚੁੱਕਿਆ ਹੈ। ਪਰਮ ਆਨੰਦ ਅਤੇ ਪਰਮ ਸ਼ਾਂਤੀ ਸਾਡੇ ਆਪਣੇ ਅੰਤਰਾਕਰਨ ਦੇ ਅੰਦਰ ਹੀ ਹੈ, ਪਰ ਅਗਿਆਨ ਦੇ ਕਰਕੇ ਅਸੀਂ ਉਸ ਤੋਂ ਦੂਰ ਚਲੇ ਗਏ ਹਾਂ। ਜਿਨ੍ਹਾਂ ਪਦਾਰਥਾਂ ਦੇ ਵਿੱਚੋਂ ਅਸੀਂ ਪਰਮ ਆਨੰਦ ਅਤੇ ਪਰਮ ਸ਼ਾਂਤੀ ਦੀ ਭਾਲ ਕਰ ਰਹੇ ਹਾਂ, ਇਹ ਕੇਵਲ ਮ੍ਰਿਗ ਤ੍ਰਿਸ਼ਨਾ ਹੈ। ਜਿੱਦਾਂ ਇੱਕ ਮ੍ਰਿਗ ਰੇਗਿਸਤਾਨ ਦੇ ਵਿੱਚ ਦੇਖਦਾ ਹੈ ਕਿ ਉਸ ਨੂੰ ਦਿਖਦਾ ਹੈ ਕਿ ਪਾਣੀ ਹੈ ਸਾਹਮਣੇ, ਜਦ ਕਿ ਉਹ ਪਾਣੀ ਨਹੀਂ, ਇੱਕ ਚਮਕਦੀ ਹੋਈ ਧੁੱਪ ਹੈ, ਉਹ ਰੇਤਾ ਹੀ ਚਮਕ ਰਹੀ ਹੈ। ਇਸੇ ਹੀ ਤਰ੍ਹਾਂ ਮਨੁੱਖ ਜੀਵਨ ਭਰ ਉਸ ਪਾਣੀ ਦੀ ਤਲਾਸ਼ ਵਿੱਚ ਆਪਣਾ ਸਾਰਾ ਜੀਵਨ ਨਸ਼ਟ ਕਰ ਲੈਂਦਾ ਹੈ। ਜਿਸ ਚੀਜ਼ ਦੀ ਤਲਾਸ਼ ਕਰਨੀ ਹੈ ਉਹ ਆਤਮਿਕ ਸੁੱਖ ਹੈ, ਉਸ ਦੇ ਲਈ ਅਸੀਂ ਬਾਹਰ ਖੋਜ ਕਰਦੇ ਹਾਂ। ਇਸ ਕਰਕੇ ਅਗਿਆਨ ਵੱਧ ਰਿਹਾ ਹੈ। ਜਦੋਂ ਵੀ ਅਸੀਂ ਆਪਣੇ ਮਨ ਨੂੰ ਅੰਤਰਮੁਖੀ ਕਰ ਲਵਾਂਗੇ ਤਾਂ ਸਾਨੂੰ ਉਸ ਪਰਮ ਸ਼ਕਤੀ ਦੇ ਦਰਸ਼ਨ ਆਪਣੇ ਅੰਤਰਾਕਰਨ ਵਿੱਚੋਂ ਹੀ ਪ੍ਰਾਪਤ ਹੋ ਜਾਣੇ ਹਨ। ਬਾਕੀ ਸਾਧ ਸੰਗਤ ਜੀ, ਆਪ ਆਤਮ ਗਿਆਨ ਦੀ ਕਿਤਾਬ ਆਪਣੇ ਮੋਬਾਈਲ 'ਚੋਂ ਵੀ ਪੜ੍ਹ ਸਕਦੇ ਹੋ ਅਤੇ ਆਪ ਜੀ ਆਤਮ ਗਿਆਨ ਦੀ ਕਿਤਾਬ ਆਪਣੇ ਕੋਲ ਮੰਗਾ ਕੇ ਵੀ ਰੱਖ ਸਕਦੇ ਹੋ। ਕੋਸ਼ਿਸ਼ ਕਰੋ ਪੇਪਰ ਬੁੱਕ ਮੰਗਾ ਲਓ ਤਾਂ ਜੋ ਸਾਧਨਾ ਵਿੱਚ ਕੋਈ ਸਵਾਲ ਪੈਦਾ ਹੋਵੇ ਤਾਂ ਉਸ ਦਾ ਨਾਲੋਂ ਨਾਲ ਜਵਾਬ ਮਿਲ ਸਕੇ। ਸਾਧਨਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਤਮ ਗਿਆਨ ਕਿਤਾਬ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਇਸ ਰਿਕਾਰਡਿੰਗ ਵਿੱਚ ਆਪ ਜੀ ਨੂੰ ਮੈਂ ਬੇਸਿਕ ਦੱਸ ਦਿੱਤਾ ਹੈ। ਅਗਲੀਆਂ ਰਿਕਾਰਡਿੰਗਾਂ ਦੇ ਵਿੱਚ ਹੋਰ ਗੱਲ ਨੂੰ ਖੋਲ੍ਹਿਆ ਜਾਵੇਗਾ ਤੇ ਤਾਂ ਜੋ ਆਪ ਦੀ ਪਕੜ ਹੋਰ ਜ਼ਿਆਦਾ ਵਧੀਆ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।